ਸਾਰਿਆਂ ਨੂੰ ਇਹ ਬੇਨਤੀ ਆ ਕਿ ਮੋਰਚਾ ਲੱਗਾ ਸਿੰਘੂ ਬਾਰਡਰ ਤੇ ਜਾ ਕੇ ਚਲੋ ਹਰੇਕ ਨੇ ਆਪ ਦਾ ਹਿੱਸਾ ਪਾਇਆ, ਕਿਸੇ ਨੇ ਥੋੜਾ ਪਾਇਆ, ਕਿਸੇ ਨੇ ਜ਼ਿਆਦਾ ਪਾਇਆ, ਕਿਸੇ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ। ਤੇ ਜਿਹੜੇ ਵੀਰ ਇੱਥੇ ਝੰਡੇ ਚੱਕ ਕੇ ਤੁਰੇ ਫਿਰਦੇ ਆ ਉਹ ਸਿੰਘੂ ਬਾਰਡਰ ਤੇ ਜਾਣ। ਇੱਥੇ ਤੇ ਝੰਡੇ ਚੱਕਣ ਦਾ ਕੋਈ ਫਾਇਦਾ ਨਹੀਂ ਗਾ। 1868 ਕਰੋੜ ਰੁਪਈਆ ਜਾਂ ਤਾਂ ਤੁਸੀਂ ਜਮ੍ਹਾਂ ਕਰਾ ਕੇ ਕਹਿ ਦਿਓ ਜੀ ਆ ਅਸੀਂ ਜਮ੍ਹਾਂ ਕਰਾਤਾ ਆ, ਤੇ ਲੋਕਾਂ ਨੂੰ ਉਤਾਰਨ ਦੀ ਲੋੜ ਨਹੀਂ। ਬਿਲਕੁਲ ਤੇ ਹੈ ਹੀ ਨਹੀਂ, ਇਹਨਾਂ ਕੋਲ ਹੈ ਹੀ ਕੱਖ ਨਹੀਂ ਕਿ ਉਤਾਰਨਾ ਕਿੱਥੋਂ। ਇਹ ਚੱਲਦਾ ਆ, ਸਰਕਾਰਾਂ ਕਰਜ਼ੇ ਚੱਕਦੀਆਂ ਵੀ ਨੇ, ਕਰਜ਼ੇ ਚੱਕ ਕੇ ਫਿਰ ਵਾਪਸ ਕੀਤੇ ਜਾਂਦੇ ਆ। ਜਿਸ ਤਰ੍ਹਾਂ ਤੁਸੀਂ ਆਪਦੇ ਸਮਰੱਥਾ ਅਨੁਸਾਰ ਉਹਦੇ ਨਾਲ ਡਿਵੈਲਪਮੈਂਟ ਕਰੋ ਤੇ ਸਰਕਾਰੀ ਕਰਜ਼ੇ ਚੱਕ ਕੇ ਤਨਖਾਹਾਂ ਤਾਂ ਨਾ ਦਿਓ। ਲੋਕਾਂ ਦੇ ਮਨਾਂ ਤੋਂ ਕਾਂਗਰਸ ਜਿਹੜੀ ਆ ਬੁਰੀ ਤਰ੍ਹਾਂ ਉਤਰ ਚੁੱਕੀ ਆ ਔਰ ਲੋਕ ਸਮਝਦੇ ਕਿ ਸਾਡੀ ਜਿਹੜੀ ਇਹ ਕਾਂਗਰਸ ਪਾਰਟੀ ਦੋਸ਼ੀ ਹੈ, ਗੁਨਾਹਗਾਰ ਹੈ, ਸਾਨੂੰ ਇਹਨੇ ਠੱਗਿਆ ਆ, ਧੋਖਾ ਦਿੱਤਾ ਆ। ਹੁਣ ਜਿੰਨੇ ਮਰਜ਼ੀ ਭਰਮਜਾਲ ਵਸਾ ਲੈਣ, ਹੁਣ ਲੋਕ ਇਹਦੇ 'ਚ ਫਸਣ ਵਾਲੇ ਨੇ। ਜਿਹੜੇ ਵਿੱਤ ਮੰਤਰੀ ਨੇ ਜਾਂ ਪਹਿਲੀ ਕਿਸਮ 'ਚ ਰੂਪ ਸਰਕਾਰ ਹੀ ਇਸ ਪੱਖੋਂ ਫੇਲ ਹੋਈ ਹੈ ਕਿ ਉਹਨਾਂ ਕੋਲੋਂ ਸਰਕਾਰ ਚਲਾਉਣੀ ਉਹਨਾਂ ਕੋਲ ਚੱਲੀ ਨਹੀਂ। ਕਿ ਜੇ ਇੰਨਾ ਲੰਮਾ ਸਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਾਜ ਕਰਦੇ ਆ, ਤੁਸੀਂ ਵੀ ਵਿੱਚ ਰਹਿੰਦੇ ਹੋ, ਜ਼ਿੰਮੇਵਾਰੀ ਵੱਡੀ ਨਿਭਾਉਂਦੇ ਹੋ। ਪੰਜਾਬ ਸਿਰ ਕਰਜ਼ਾ ਇੰਨਾ ਕੁ ਚੜ੍ਹਦਾ ਗਿਆ, ਖੇਤੀ ਸੈਕਟਰ ਘਾਟੇ ਵੱਲ ਕਿਉਂ ਜਾਂਦਾ ਰਿਹਾ, ਨਸ਼ੇ ਕਿਉਂ ਬੇਰੋਕ ਬੇਟੋਕ ਚੱਲਦੇ ਰਹੇ ਆ, ਨੌਜਵਾਨ ਬੇਰੁਜ਼ਗਾਰੀ ਵੱਲ ਕਿਉਂ ਵੱਧਦੇ ਰਹੇ ਆ। ਕਿ ਇਹ 5 ਸਾਲ ਦੇ ਜਾਂ 4.5 ਸਾਲ ਦੇ ਕਾਂਗਰਸ ਦੇ ਰਾਜ ਨੂੰ ਆਪਾਂ ਨਿੰਦ ਕੇ ਬਰੀ ਹੋ ਸਕਦੇ ਹਾਂ ਸਭ ਤੋਂ। ਅੱਜ ਹਰੇਕ ਘਰ ਦੇ ਵਿੱਚ ਕਾਰ ਆ, ਹਰੇਕ ਘਰ ਦੇ ਵਿੱਚ ਮੋਟਰਸਾਈਕਲ ਮਹੱਤਵ ਤੋਂ ਮਹੱਤਵ ਮੇਰਾ ਖਿਆਲ ਜਿਹੜਾ ਲੇਬਰਰ ਵੀ ਹੈ ਉਹਦੇ ਘਰੇ ਵੀ ਹੈਗਾ। ਇਹ ਕਿੱਥੋਂ ਤਰੱਕੀ ਹੋਈ ਹੈ, ਆਪਾਂ ਕਿ ਨਠਾਣ ਗਿਆ। ਪੂਰੇ ਹਿੰਦੁਸਤਾਨ ਦੀ ਗੱਲ ਨਹੀਂ ਕਰਦਾ ਮੈਂ, ਪੂਰੀ ਦੁਨੀਆ ਦੀ ਗੱਲ ਕਰਦਾ। ਸਭ ਤੋਂ ਦੁਨੀਆ ਦੇ ਵਿੱਚੋਂ ਸਭ ਤੋਂ ਬਿਹਤਰ ਮੰਡੀਕਰਨ ਸਿਸਟਮ ਜਿਹੜਾ ਪੰਜਾਬ ਦਾ ਹੈ। ਤੇ ਮੰਡੀਕਰਨ ਸਿਸਟਮ ਦਿੱਤਾ ਕਿਹਨੇ, ਜਿਹਦੇ ਬਾਰੇ ਖਦਸ਼ੇ ਆ, ਡਰ ਹੈ ਵੀ ਖਤਮ ਹੋ ਜੂ, ਸਰ ਪ੍ਰਕਾਸ਼ ਸਿੰਘ ਬਾਦਲ ਨੇ। 90% ਪੰਜਾਬ ਦੀਆਂ ਮੰਡੀਆਂ ਜਿਹੜੀਆਂ ਨੇ ਉਹ ਸਭ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਨੇ। ਸਰਦਾਰ ਪ੍ਰਕਾਸ਼ ਸਿੰਘ 5 ਵਾਰੀ ਮੁੱਖ ਮੰਤਰੀ ਬਣਦੇ, ਪਿਛਲੇ 10 ਸਾਲ ਲਗਭਗ ਜਿਹੜਾ ਆ 2 ਵਾਰੀ ਰਾਜ ਫੇਰ ਭੋਗਣ ਦਾ ਨਾਨ ਸਟਾਪ ਮੌਕਾ ਮਿਲਦਾ। ਫਿਰ ਕਿਸਾਨੀ ਨੇ ਕਰਜ਼ੇ ਹੇਠ ਕਿਵੇਂ ਆ ਗਈ, ਪੰਜਾਬ ਇਹਨਾਂ ਪਿੱਛੇ ਕਿਵੇਂ ਚੱਲ ਗਿਆ ਕਿ ਕੈਪਟਨ ਸਾਹਿਬ ਨੂੰ ਵਾਅਦੇ ਕਰਨੇ ਪਏ, ਨਸ਼ਿਆਂ ਦੇ ਮੁੱਦੇ ਤੇ ਕਰਨਾ ਪਿਆ। ਫੇਲੀਅਰ ਕਿੱਥੇ ਰਿਹਾ? ਅਕਾਲੀ ਦਲ ਨੂੰ ਕਿਵੇਂ ਲੋਕ ਕਲੀਨ ਚਿੱਟ ਦੇਣ ਕਿ ਤੁਹਾਡੇ 10 ਸਾਲ ਦੇ ਰਾਜ ਵਿੱਚ ਇੰਨਾ ਕੁਝ ਵਾਪਰਿਆ ਤੇ ਤੁਸੀਂ ਅੱਖਾਂ ਕਿਉਂ ਬੰਦ ਕਰ ਛੱਡੀਆਂ? ਕੈਪਟਨ ਅਮਰਿੰਦਰ ਸਿੰਘ ਨੇ ਤੇ ਉਹਦੀ ਮਾੜੀ ਕਾਰਗੁਜ਼ਾਰੀ ਕਿ ਜਿਹੜਾ ਕਰਕੇ ਅਸੀਂ ਉਹਦੇ ਵਿਰੁੱਧ ਆਵਾਜ਼ ਉਠਾਈ, ਉਹਨੂੰ ਬਦਲਿਆ। ਹੁਣ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਜੀ, ਅਸੀਂ ਜਿਹੜੇ ਇਹ ਲੋਕਾਂ ਵੱਲ ਪਾਣੀ ਦੇ ਬਿੱਲ ਜਿਹੜੇ ਆ, ਚਾਹੇ ਪਿੰਡਾਂ 'ਚ ਸੀ ਚਾਹੇ ਸ਼ਹਿਰਾਂ 'ਚ ਸੀ, ਉੱਤੇ ਲਕੀਰ ਮਾਰਨਾ ਸਰਦਾ ਨਹੀਂ। ਸਰਦਾਰ ਚਰਨਜੀਤ ਸਿੰਘ ਚੰਨੀ ਸਾਡੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਦੇ ਤੇ ਮਿਲ ਕੇ ਬਾਹਰ ਆਣ ਕੇ ਕਹਿੰਦੇ ਕਿ ਮੈਂ ਅਮਿਤ ਸ਼ਾਹ ਜੀ ਦੇ ਨਾਲ ਸਲਾਹ ਕਰਕੇ ਆਇਆ ਤੇ ਉਹਨਾਂ ਨੂੰ ਬੇਨਤੀ ਕਰਕੇ ਆਇਆ ਕਿ ਬਾਰਡਰ ਨੂੰ ਸਖਤੀ ਨਾਲ ਸੀਲ ਕੀਤਾ ਜਾਵੇ ਤਾਂ ਕਿ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਰੁਕਣੀ ਚਾਹੀਦੀ ਹੈ, ਕੋਈ ਦਰਾਮਦ ਨਹੀਂ। ਪਰ ਤੁਸੀਂ ਬਾਰਡਰ ਸੀਲ ਕਰਾਉਂਦੇ ਤੁਸੀਂ 50 ਕਿਲੋਮੀਟਰ ਦਾ ਰਕਬਾ ਹੀ ਦੇ ਆਏ। ਸੁਰਖਾਬ ਤੇ ਰਹਿਮਤ ਟੀਵੀ ਨਾਲ ਜੁੜ ਚੁੱਕੇ ਤੁਸੀਂ। ਮੇਰਾ ਨਾਮ ਹੈ ਗੁਰਿੰਦਰ ਸਿੰਘ ਬੜ। ਦੋਸਤੋ, ਪੰਜਾਬ ਦੀ ਸਿਆਸਤ ਤੇ ਗੱਲਬਾਤ ਕਰਨ ਲਈ ਅੱਜ ਅਸੀਂ ਸਰਦਾਰ ਵਿਰਸਾ ਸਿੰਘ ਵਲਟੋਹਾ ਕੋਲ ਪਹੁੰਚੇ ਹਾਂ, ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਚਿਹਰਾ ਤੇ ਵੱਡਾ ਨਾਂ ਰੱਖਦੇ ਨੇ। ਔਰ ਜਾਣਕਾਰੀ ਲੈਂਦੇ ਹਾਂ ਕਿ ਇਸ ਵੇਲੇ ਖੇਤਰੀ ਵੱਡੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਜੇ ਮੰਨਿਆ ਜਾਵੇ ਤਾਂ ਕਾਫੀ ਵਿਵਾਦਾਂ ਦਾ ਵੀ ਸਾਹਮਣਾ ਕਰਨਾ ਪਿਆ। 2017 ਦੀਆਂ ਵਿਧਾਨ ਸਭਾ ਚੋਣਾਂ ਦੇ ਅੰਦਰ ਵੀ ਕੋਈ ਬਹੁਤੀ ਜਿਹੜੀ ਆ ਵੱਡੀ ਲੀਡ ਨਹੀਂ ਮਿਲੀ, ਵੱਡੀ ਜਿੱਤ ਤੇ ਬਹੁਤ ਦੂਰ ਦੀ ਗੱਲ ਸੀ। ਲੋਕੀ ਕਹਿੰਦੇ ਸੀ ਕਿ ਸਿੰਗਲ ਡਿਜਿਟ ਦੇ ਵਿੱਚ ਜਿਹੜੀਆਂ ਸੀਟਾਂ ਰਹਿ ਜਾਣੀਆਂ, ਪਰ ਫਿਰ ਵੀ 14-15 ਸੀਟਾਂ ਤੇ ਸੀਮਤ ਰਹਿ ਗਈ ਸੀ। ਵਲਟੋਹਾ ਸਾਹਿਬ ਕੋਲ ਜਾਣਦੇ ਹਾਂ ਕਿ ਇਸ ਵੇਲੇ ਪਾਰਟੀ ਦੀ ਸਥਿਤੀ ਕੀ ਹੈ ਔਰ ਕਾਂਗਰਸ ਪਾਰਟੀ ਜਿਹੜੇ ਨਵੇਂ ਐਲਾਨ ਕਰ ਰਹੀ ਹੈ ਉਹ ਲੋਕਾਂ ਦਾ ਮਨ ਜਿੱਤ ਸਕੇਗੀ ਕਿ ਨਹੀਂ। ਵਲਟੋਹਾ ਸਾਹਿਬ, ਮੈਂ ਗੱਲ ਕੀਤੀ ਕਿ ਖੇਤਰੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ, ਬੜੀ ਵੱਡੀ ਪਾਰਟੀ ਸੀ, ਪੰਥਕ ਪਾਰਟੀ ਵਜੋਂ ਵੀ ਉੱਭਰ ਕੇ ਸਾਹਮਣੇ ਆਈ ਸੀ, ਵਿਕਾਸ ਦੇ ਮੁੱਦੇ ਵਜੋਂ ਵੀ ਉੱਭਰ ਕੇ ਸਾਹਮਣੇ ਆਈ ਸੀ, ਪਰ ਇੰਨੀ ਦੂਰ ਕਿਵੇਂ ਜਾ ਪਈ ਸਿਆਸੀ ਮੁਹਾਇਤ ਤੋਂ? ਕੀ ਐਨਾਲਿਸਿਸ ਕੀਤਾ ਕਿ ਕਿੱਥੇ ਕਮੀਆਂ ਰਹਿ ਗਈਆਂ ਸਨ? ਦੇਖੋ, ਇੱਕ ਸਭ ਤੋਂ ਪਹਿਲੀ ਤੇ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਦੇ ਵਾਅਦੇ ਕੀਤੇ
ਔਰ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਕਿਸਾਨੀ ਹੈ ਮੇਨ ਤੌਰ 'ਤੇ, ਅਤੇ ਕਿਸਾਨਾਂ ਦੇ ਕਰਜ਼ਾ ਮਾਫੀ ਦਾ ਦਾਅਵਾ ਜਿਹੜਾ ਆ, ਵਾਅਦਾ ਜਿਹੜਾ ਹੈ, ਕੈਪਟਨ ਅਮਰਿੰਦਰ ਸਿੰਘ ਨੇ ਬੜਾ ਹਿੱਕ ਠੋਕ ਕੇ ਕੀਤਾ ਕਿ ਕਿਸਾਨ ਦਾ ਹਰ ਤਰ੍ਹਾਂ ਦਾ ਕਰਜ਼ਾ, ਚਾਹੇ ਉਹ ਸੁਸਾਇਟੀ ਦਾ ਹੈ, ਚਾਹੇ ਸਹਿਕਾਰੀ ਬੈਂਕ ਦਾ ਆ, ਚਾਹੇ ਸਰਕਾਰੀ ਬੈਂਕ ਦਾ, ਚਾਹੇ ਪ੍ਰਾਈਵੇਟ ਬੈਂਕ ਦਾ, ਕਿ ਇੱਥੋਂ ਤੱਕ ਕਿ ਆੜ੍ਹਤੀਆਂ ਦਾ ਕਰਜ਼ਾ ਵੀ ਜਿਹੜਾ ਆ ਉਹ ਜੇ ਮੇਰੀ ਸਰਕਾਰ ਬਣਦੀ ਹੈ ਤਾਂ ਮੈਂ ਮਾਫ ਕਰੂੰ। ਕਿਸਾਨਾਂ ਕੋਲੋਂ ਫਾਰਮ ਭਰਵਾਏ ਗਏ, ਇੱਕ ਤਰ੍ਹਾਂ ਦੇ ਐਗਰੀਮੈਂਟ ਕੀਤੇ ਗਏ। ਇਹ ਪਹਿਲੀ ਵਾਰ ਜਿਹੜਾ ਡਰਾਮਾ ਹੈ ਪੰਜਾਬ ਦੀ ਧਰਤੀ ਦੇ ਉੱਤੇ ਕਿ ਫਾਰਮ ਭਰ ਕੇ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ, ਔਰ ਫਾਰਮ ਇਸ ਤਰੀਕੇ ਨਾਲ ਭਰੇ ਜਾਂਦੇ ਸੀ ਕਿ ਉਸ ਕਿਸਾਨ ਨੂੰ, ਸੰਬੰਧਿਤ ਕਿਸਾਨ ਨੂੰ ਜਿਹਦੇ ਵੱਲੋਂ ਫਾਰਮ ਭਰਿਆ ਜਾਂਦਾ ਸੀ, ਉਸ ਨੂੰ ਵਾਪਸ ਮੋਬਾਈਲ 'ਤੇ ਮੈਸੇਜ ਆਉਂਦਾ ਸੀ ਕਿ ਤੇਰਾ ਫਾਰਮ ਜਮ੍ਹਾਂ ਹੋ ਗਿਆ ਹੈ, ਸਰਕਾਰ ਬਣਨ 'ਤੇ ਤੇਰੇ ਵੱਲੋਂ ਦਰਜ ਕੀਤਾ ਹੋਇਆ ਕਰਜ਼ਾ ਮਾਫ ਹੋਊਗਾ। ਔਰ ਇਸੇ ਤਰ੍ਹਾਂ ਹੀ ਨੌਜਵਾਨਾਂ ਦੇ ਨਾਲ ਜਿਹੜੇ ਬੇਰੁਜ਼ਗਾਰ ਸੀਗੇ, ਜਾਂ ਪੰਜਾਬ ਦੇ ਸਮੁੱਚੇ ਦੇ ਨਾਲ ਹੀ ਵਾਅਦਾ ਕੀਤਾ ਗਿਆ ਸੀ ਕਿ ਹਰ ਘਰ ਦੇ ਵਿੱਚ ਇੱਕ ਸਰਕਾਰੀ ਨੌਕਰੀ ਜਿਹੜੀ ਆ ਉਹ ਦਿੱਤੀ ਜਾਊਗੀ। ਅਤੇ ਇਹ ਜਿਹੜਾ ਨਾਅਰਾ ਦਿੱਤਾ ਗਿਆ ਸੀ ਕਿ ਇੱਧਰ ਕੈਪਟਨ ਨੇ ਸਹੁੰ ਚੁੱਕੀ ਅਤੇ ਇੱਧਰ ਹਰ ਘਰ ਵਿੱਚ ਇੱਕ ਸਰਕਾਰੀ ਨੌਕਰੀ ਪੱਕੀ, ਅਤੇ ਸਮੁੱਚੇ ਬੱਚੇ ਬੱਚੀਆਂ ਦੇ ਨਾਲ ਵਾਅਦਾ ਕੀਤਾ ਗਿਆ, ਫਾਰਮ ਭਰਵਾਏ ਗਏ ਕਿ ਤੁਹਾਨੂੰ ਸਮਾਰਟਫੋਨ ਦਿੱਤੇ ਜਾਣਗੇ। 51,000 ਸ਼ਗਨ ਸਕੀਮ, ਔਰ ਜਦ ਤੱਕ ਨੌਕਰੀ ਨਹੀਂ ਦਿੱਤੀ ਜਾਂਦੀ 2,500 ਬੇਰੁਜ਼ਗਾਰੀ ਭੱਤਾ, 2,000 ਪੈਨਸ਼ਨ। ਜਿਹੜੀ ਬਾਦਲ ਸਾਹਿਬ ਦੀ ਆਟਾ ਦਾਲ ਸਕੀਮ ਸੀ, ਉਹਦੇ ਨਾਲ ਚਾਹ ਪੱਤੀ, ਖੰਡ, ਘਿਓ ਵੀ ਦਿੱਤਾ ਜਾਊਗਾ। ਔਰ ਇੱਥੇ ਨਹੀਂ ਟਿਕੇ ਕਿ ਵਾਅਦੇ ਕੀਤੇ ਹੋਣ ਜਾਂ ਫਾਰਮ ਹੀ ਭਰਵਾਏ ਹੋਣ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸਹੁੰ ਖਾਧੀ, ਅਤੇ ਸਹੁੰ ਤੋਂ ਤਾਂ ਕੋਈ ਗੱਲ ਨਹੀਂ ਹੈਗੀ, ਗੁਰੂ ਤੋਂ ਤਾਂ ਗੱਲ ਕੋਈ ਨਹੀਂ ਹੈਗੀ। ਲੋਕਾਂ ਨੇ ਵਿਸ਼ਵਾਸ ਕੀਤਾ, ਲੋਕਾਂ ਨੇ ਵਿਸ਼ਵਾਸ ਕਰਕੇ, ਭਰੋਸਾ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਈ। ਭਾਵੇਂ ਕਿ ਅਸੀਂ ਲੋਕਾਂ ਨੂੰ ਉਸ ਸਮੇਂ ਵੀ ਕਹਿੰਦੇ ਰਹੇ ਕਿ ਧੋਖਾ ਜੇ, ਇਹ ਤੁਹਾਨੂੰ ਠੱਗਿਆ ਜਾ ਰਿਹਾ ਜੇ, ਪਰ ਉਦੋਂ ਲੋਕ ਕਹਿੰਦੇ ਸੀ ਕਿ ਸਹੁੰ ਦੇ ਉੱਤੇ ਕੁਛ ਨਹੀਂ ਹੁੰਦਾ। ਜਿਹੜੇ ਸਾਡੇ ਕੋਲੋਂ ਫਾਰਮ ਭਰਵਾਏ ਜਾ ਰਹੇ ਆ, ਸਾਨੂੰ ਵਾਪਸ ਮੈਸੇਜ ਆ ਰਹੇ ਆ, ਅਤੇ ਸਾਡਾ ਕਿਸਾਨੀ ਕਰਜ਼ਾ ਜਿਹੜਾ ਉਹ ਮਾਫ ਹੋ ਜਾਊਗਾ। ਇਸ ਕਰਕੇ ਜਿਹੜਾ ਆ ਠੱਗੀ ਮਾਰੀ ਗਈ ਸੀ, ਠੱਗੀ ਮਾਰੀ ਗਈ। ਅੱਜ ਵੀ ਕੇਵਲ ਅਤੇ ਕੇਵਲ ਠੱਗੀ ਚੱਲ ਰਹੀ ਹੈ। 4.5 ਸਾਲ ਇਹੀ ਜਿਹੜੀ ਕੈਬਨਿਟ ਹੈ, ਜਿਹੜੀ ਹੁਣ ਹੈ, ਇਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬਹਿ ਕੇ ਪੰਜਾਬ ਬਾਰੇ ਫੈਸਲਾ ਲੈਂਦੀ ਰਹੀ ਹੈ। ਤੁਸੀਂ 4.25 ਸਾਲ ਤੇ ਬੋਲੇ ਨਹੀਂ। 4.25 ਸਾਲ ਕਿਸੇ ਨੂੰ ਵੀ ਪੁੱਛ ਲਓ ਤੇ ਸਾਰੇ ਕਹਿੰਦੇ ਸੀ ਕੈਪਟਨ ਅਮਰਿੰਦਰ ਸਿੰਘ ਨਾਲ ਦਾ ਮੁੱਖ ਮੰਤਰੀ ਕੋਈ ਨਹੀਂ। ਸਾਡੀ ਸਰਕਾਰ ਤਾਂ ਬਹੁਤ ਬਿਹਤਰ ਸਰਕਾਰ ਚੱਲ ਰਹੀ ਹੈ। ਸਾਡੀ ਸਰਕਾਰ ਨੇ ਜੀ ਕਰਜ਼ਾ ਮਾਫ ਕਰਤਾ ਜੀ। ਹੁਣ 90,000 ਕਰੋੜ ਤੋਂ ਵੱਧ ਕੇ 1,10,000 ਕਰੋੜ ਦਾ ਕਰਜ਼ਾ ਹੋ ਗਿਆ। ਕਿਸਾਨ ਡਿਫਾਲਟਰ ਹੋ ਗਏ ਕਿ ਵੀ ਸਾਡਾ ਕਰਜ਼ਾ ਮਾਫ ਹੋ ਜਾਣਾ, ਤਾਰਿਆ ਨਹੀਂ। ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕੇਵਲ 4500 ਕਰਜ਼ਾ ਮਾਫ ਕਰਕੇ 4,500 ਕਰੋੜ ਦਾ ਕਰਜ਼ਾ ਮਾਫ ਕਰਕੇ, ਅਤੇ ਦਾਅਵਾ ਸਾਰੇ ਕਾਂਗਰਸੀ ਕਰੀ ਜਾਂਦੇ ਸੀ। ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਦਾਅਵੇ ਕਰਦੇ ਸੀ ਕਿ ਅਸੀਂ ਆਹ ਕਰਤਾ, ਉਹ ਕਰਤਾ। ਹੁਣ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੱਖ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਉਹਦੀ ਮਾੜੀ ਕਾਰਗੁਜ਼ਾਰੀ ਕਿ ਜਿਹੜਾ ਕਰਕੇ ਹੀ ਅਸੀਂ ਉਹਦੇ ਵਿਰੁੱਧ ਆਵਾਜ਼ ਉਠਾਈ, ਉਹਨੂੰ ਬਦਲਿਆ। ਅਤੇ ਜੇ ਉਹਦੀ ਕਾਰਗੁਜ਼ਾਰੀ ਮਾੜੀ ਸੀ ਅਤੇ ਕਾਰਗੁਜ਼ਾਰੀ ਮਾੜੀ ਦਾ ਤਾਂ ਸਾਲ ਤੱਕ ਤੁਸੀਂ ਭਰੋਸਾ ਕਰ ਸਕਦੇ, ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਹੀ ਜਾਂਦਾ। ਫਿਰ 4.25 ਸਾਲ ਤੁਸੀਂ ਕਿਉਂ ਚੁੱਪ ਰਹੇ? ਫਿਰ 4.25 ਸਾਲ ਤੱਕ ਉਹਦੇ ਵਿਰੁੱਧ ਝੰਡਾ ਕਿਉਂ ਨਹੀਂ ਚੁੱਕਿਆ? ਫਿਰ ਸਭ ਤੋਂ ਵੱਡੀ ਗੱਲ ਆਉਂਦੀ ਹੈ ਕਿ ਹੁਣ ਮੁੱਖ ਮੰਤਰੀ ਬਦਲਦਾ ਹੈ। ਹੁਣ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਜੀ, ਅਸੀਂ ਜਿਹੜੇ ਲੋਕਾਂ ਵੱਲ ਪਾਣੀ ਦੇ ਬਿੱਲ ਜਿਹੜੇ ਆ, ਚਾਹੇ ਪਿੰਡਾਂ 'ਚ ਸੀ ਚਾਹੇ ਸ਼ਹਿਰਾਂ 'ਚ ਸੀ, ਉੱਤੇ ਲਕੀਰ ਮਾਰਤੀ। ਲਕੀਰ ਮਾਰਨ ਨਾਲ ਤਾਂ ਸਰਦਾ ਨਹੀਂ ਗਾ। ਤੁਸੀਂ ਕੋਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਕੋਈ ਸਰਕਾਰੀ ਹੁਕਮ ਜਾਰੀ ਕੀਤੇ ਹੈ, ਕੈਬਨਿਟ ਦੇ ਵਿੱਚ ਪਾਸ ਕਰਨ ਦੇ ਨਾਲ ਤਾਂ ਹੁੰਦਾ ਨਹੀਂ ਗਾ। ਕੈਬਨਿਟ ਦੇ ਵਿੱਚ ਕਈ ਕੁਛ ਪਾਸ ਹੋ ਜਾਂਦਾ, ਉਹ ਲਾਗੂ ਹੀ ਨਹੀਂ ਹੁੰਦਾ ਕਈ ਵਾਰ। ਤੁਸੀਂ ਕੀ ਸਰਕਾਰੀ ਹੁਕਮ ਜਾਰੀ ਕੀਤੇ ਹੈ? ਕੀ ਤੁਸੀਂ ਜਿਹੜਾ 700 ਕਰੋੜ ਸ਼ਹਿਰੀ ਲੋਕਾਂ ਦਾ ਅਤੇ 1168 ਕਰੋੜ ਪੇਂਡੂ ਲੋਕਾਂ ਦਾ 1868 ਕਰੋੜ ਦੀ ਜਿਹੜੀ ਰਾਸ਼ੀ ਆ, ਕੀ ਤੁਸੀਂ ਸੰਬੰਧਿਤ ਮਹਿਕਮੇ ਨੂੰ ਸਰਕਾਰੀ ਖਜ਼ਾਨੇ 'ਚੋਂ ਜਮ੍ਹਾਂ ਕਰਾਤੀ ਹੈ? ਉਹ ਤਾਂ ਪੈਂਡਿੰਗ ਹੈ। 1868 ਕਰੋੜ ਰੁਪਈਆ ਜਾਂ ਤਾਂ ਤੁਸੀਂ ਜਮ੍ਹਾਂ ਕਰਾ ਕੇ ਕਹਿ ਦਿਓ ਜੀ ਆ ਅਸੀਂ ਜਮ੍ਹਾਂ ਕਰਾਤਾ ਆ, ਅਤੇ ਲੋਕਾਂ ਨੂੰ ਉਤਾਰਨ ਦੀ ਲੋੜ ਨਹੀਂ।
ਤੇ ਡਾਊਟ ਹੈ ਕਿ ਨਹੀਂ? ਬਿਲਕੁਲ ਡਾਊਟ ਤੇ ਹੈ ਹੀ ਨਹੀਂ, ਇਹਨਾਂ ਕੋਲ ਹੈ ਹੀ ਕੱਖ ਨਹੀਂ ਗਾ, ਤੇ ਤਾਰਨਾ ਕਿੱਥੋਂ ਆ? ਸੋ ਬਲਟੋਆ ਸਾਹਿਬ, ਇੱਕ ਸਵਾਲ ਵੱਡਾ ਹੁੰਦਾ, ਮੈਂ ਤੁਹਾਡੀ ਸਾਰੀ ਗੱਲ ਸੁਣਨੀ ਆ। ਤੁਸੀਂ ਕਿਹਾ ਕਿ ਕੈਪਟਨ ਸਾਹਿਬ ਨੇ ਵਾਅਦੇ ਕੀਤੇ ਆ, ਕਰਜ਼ਾ ਕੁਰਕੀ ਦੇ ਹੋਰ ਵੀ ਵਾਅਦੇ ਕੀਤੇ ਆ। ਲੋਕ ਸੱਥਾਂ 'ਤੇ ਚਰਚਾ ਕਰਦੇ ਆ ਕਿ ਜਦੋਂ ਸਾਡੇ 'ਚ ਕਮੀਆਂ ਉਹਨਾਂ ਦੇ ਵਿਰੋਧੀ ਉਦੋਂ ਉਹਨਾਂ ਗੱਲਾਂ ਦਾ ਫਾਇਦਾ ਚੁੱਕਦਾ। ਸਰਦਾਰ ਪ੍ਰਕਾਸ਼ ਸਿੰਘ 5 ਵਾਰੀ ਮੁੱਖ ਮੰਤਰੀ ਬਣਦੇ ਆ, ਪਿਛਲੇ 10 ਸਾਲ ਲਗਭਗ ਜਿਹੜਾ ਆ 2 ਵਾਰੀ ਰਾਜ ਫੇਰ ਭੋਗਣ ਦਾ ਨੌਨ ਸਟਾਪ ਮੌਕਾ ਮਿਲਦਾ। ਫਿਰ ਕਿਸਾਨੀ ਇੰਨੇ ਕਰਜ਼ੇ ਹੇਠ ਕਿਵੇਂ ਆ ਗਈ? ਪੰਜਾਬ ਇਹਨਾਂ ਪਿੱਛੇ ਕਿਵੇਂ ਚੱਲ ਗਿਆ ਕਿ ਕੈਪਟਨ ਸਾਹਿਬ ਨੂੰ ਵਾਅਦੇ ਕਰਨੇ ਪਏ, ਨਸ਼ਿਆਂ ਦੇ ਮੁੱਦੇ 'ਤੇ ਕਰਨਾ ਪਿਆ? ਫੇਲੀਅਰ ਕਿੱਥੇ ਰਿਹਾ? ਅਕਾਲੀ ਦਲ ਨੂੰ ਕਿਵੇਂ ਲੋਕ ਕਲੀਨ ਚਿੱਟ ਦੇਣਗੇ ਤੁਹਾਡੇ 10 ਸਾਲ ਦੇ ਰਾਜ ਵਿੱਚ ਇੰਨਾ ਕੁਝ ਵਾਪਰਿਆ ਤੇ ਤੁਸੀਂ ਅੱਖਾਂ ਕਿਉਂ ਬੰਦ ਕਰ ਛੱਡੀਆਂ? ਕਿ ਦੇਖੋ, ਕਰਜ਼ਾ ਜਿਹੜਾ ਆ ਹਰ ਕੋਈ ਆਪਣੀ ਵਿੱਤ ਦੇ ਮੁਤਾਬਕ ਚੁੱਕਦਾ ਹੈ, ਠੀਕ ਹੈ। ਜੇ ਕੋਈ ਲਿਮਟ ਵੀ ਉਹਦੀ ਵੱਜੀ ਹੈ ਤੇ ਜੇ ਉਹ ਲਿਮਟ ਨਹੀਂ ਮੋੜੂਗਾ ਤੇ ਅਗਲੀ ਵਾਰੀ ਬੈਂਕ ਨੇ ਉਹਨੂੰ ਕਰਜ਼ਾ ਨਹੀਂ ਦੇਣਾ। ਹੁਣ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਕਿ ਜੇ ਤੁਹਾਡੇ ਨਾਲ ਕੋਈ ਵੀ ਵਾਅਦਾ ਕਰੇ, ਮੇਰੇ ਨਾਲ ਹੀ ਕਰ ਲੇ ਕਿ ਯਾਰ ਤੂੰ ਆਹ ਕਰ ਦੇ ਤੇ ਤੇਰਾ ਸਾਰਾ ਕਰਜ਼ਾ ਮੈਂ ਤਾਰ ਦੂੰ, ਤੇ ਮੈਨੂੰ ਇਸ ਤੋਂ ਵਧੀਆ ਹੋਰ ਮੌਕਾ ਕੀ ਹੈ? ਕਰਜ਼ੇ ਤਾਂ ਹੁਣ ਹਰੇਕ 'ਤੇ ਹੀ ਹੈ, ਮੇਰੇ 'ਤੇ ਵੀ ਹੈ, ਤੁਹਾਡੇ 'ਤੇ ਵੀ ਕੋਈ ਨਾ ਕੋਈ ਹੋਊਗਾ, ਤੁਸੀਂ ਵੀ ਕਿਤੇ ਨਾ ਕਿਤੇ ਚੱਕਿਆ ਹੋਊਗਾ। ਸਮੁੱਚੀ ਦੁਨੀਆ ਜਿਹੜੀ ਕਰਜ਼ਾ ਚੱਕਦੀ ਵੀ ਆ, ਮੋੜਦੀ ਵੀ ਆ, ਲੈਂਦੀ ਵੀ ਆ, ਦਿੰਦੀ ਵੀ ਆ, ਇਹ ਤਾਂ ਕੰਮ ਚੱਲਦਾ ਰਹਿੰਦਾ ਹੈ। ਪਰ ਜਦੋਂ ਤੁਸੀਂ ਮੁਫਤ ਦਾ ਲਾਰਾ ਦਿਓਗੇ ਕਿ ਮੈਂ ਇਹਦਾ ਵਾਪਸ ਕਰੂੰਗਾ, ਤੇ ਫਿਰ ਤਾਂ ਲੋਕੀ ਉਸ ਭਰਮ ਜਾਲ 'ਚ ਫਸਣਗੇ। ਇਸ ਕਰਕੇ ਜਿਹੜਾ ਆ ਇਹ ਸਾਰਾ ਕੁਝ ਹੋਇਆ। ਕੁਛ ਅਸੀਂ ਵੀ ਆਪਣੇ ਜਿਹੜੇ ਖਰਚੇ ਆ ਜ਼ਿਆਦਾ ਵਧਾਤੇ ਹੈ, ਵਿਆਹਾਂ ਸ਼ਾਦੀਆਂ 'ਤੇ ਵਧਾਤੇ ਹੈ, ਆਪਦੇ ਰਹਿਣ ਸਹਿਣ 'ਚ ਵਧਾਤੇ ਹੈ, ਆਪਦੇ ਸਾਧਨਾਂ 'ਤੇ ਵਧਾਤੇ ਹੈ, ਖਰਚੇ ਹੱਦੋਂ ਵੱਧ ਕਰ ਦਿੱਤੇ ਨੇ। ਕਈ ਨਾ ਚਾਦਰ ਉੱਡੀ ਹੁੰਦੀ ਨਹੀਂ ਜਿੱਡੀ ਅਸੀਂ ਸਾਡੇ ਮਤਲਬ ਪੈਰ ਪਸਾਰੇ ਜਾਂਦੇ ਆ। ਇਸ ਕਰਕੇ ਜਿਹੜਾ ਆ ਉਹਦੇ ਕਈ ਕਾਰਨ ਹੈਗੇ। ਇਹ ਤਾਂ ਸ਼ੁਰੂ ਤੋਂ ਚੱਲਦਾ ਰਿਹਾ। ਕਈ ਮਤਲਬ ਇਹ ਕਹਾਣੀਆਂ ਨੇ ਜਗਤ ਦੀਆਂ। ਤੇ ਇਸ ਕਰਕੇ ਜਿਹੜੀ ਗੱਲ ਹੈ, ਸਭ ਤੋਂ ਵੱਡੀ ਗੱਲ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਹੁਣ ਕਹਿੰਦੇ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਤੇ ਮੈਂ ਤੁਹਾਨੂੰ ਕਿਹਾ ਕਿ 1868 ਕਰੋੜ ਰੁਪਈਆ ਕੀ ਸਰਕਾਰੀ ਖਜ਼ਾਨੇ 'ਚੋਂ ਸੰਬੰਧਿਤ ਡਿਪਾਰਟਮੈਂਟ ਕੋਲ ਜਮ੍ਹਾਂ ਕਰਾ ਦਿੱਤਾ ਗਿਆ? ਕੀ ਕੋਈ ਨੋਟੀਫਿਕੇਸ਼ਨ ਤੁਸੀਂ ਸਰਕਾਰੀ ਹੁਕਮ ਜਾਰੀ ਕਰਤਾ ਹੈ? ਸਰਕਾਰੀ ਹੁਕਮ ਤਾਂ ਜਾਰੀ ਕੋਈ ਹੋਇਆ ਨਹੀਂ। ਹੁਣ ਇੱਕ ਬੰਨੇ ਕਹਿੰਦੇ ਸੀ ਕਿ 2 ਕਿਲੋਵਾਟ ਤੱਕ ਦੇ ਜਿਹੜੇ ਖਪਤਕਾਰ ਨੇ ਉਹਨਾਂ ਦੇ ਸਾਰੇ ਆਖਰੀ ਬਿੱਲ ਨੂੰ ਛੱਡ ਕੇ ਜਿੰਨੇ ਬਕਾਏ ਨੇ ਪਿਛਲੇ ਸਾਰੇ ਮਾਫ ਕਹਿਤਾ। ਕੋਈ ਨੋਟੀਫਿਕੇਸ਼ਨ ਆਈ ਨਹੀਂ। ਹੁਣ ਮੈਂ ਦੱਸਦਾ ਕਿ ਇੱਕ ਤਾਂ ਕੱਲ੍ਹ ਕੈਬਨਿਟ ਮੀਟਿੰਗ ਸੀਗੀ, ਇਸ ਤੋਂ ਜਿਹੜੀ ਪਿਛਲੀ ਕੈਬਨਿਟ ਮੀਟਿੰਗ ਸੀ ਉਹਦੇ ਵਿੱਚ ਫਿਰ ਚੰਨੀ ਜੀ ਹੋਰਾਂ ਨੇ ਆਣ ਕੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ 2 ਕਿਲੋਵਾਟ ਦੇ ਖਪਤਕਾਰਾਂ ਦੇ ਜਿਹੜੇ ਹੈ ਬਕਾਇਆ ਬਿੱਲ ਜਿਹੜੇ ਆ ਮਾਫ ਕਰ ਰਹੇ ਹਾਂ। ਤੇ ਕਿਸੇ ਸਿਆਣੇ ਪੱਤਰਕਾਰ ਨੇ ਸਵਾਲ ਕੀਤਾ, ਜੀ ਨੋਟੀਫਿਕੇਸ਼ਨ ਤਾਂ ਕੋਈ ਤੁਸੀਂ ਕਰਦੇ ਨਹੀਂ ਜੇ? ਆਂਦੇ ਨਹੀਂ ਨੋਟੀਫਿਕੇਸ਼ਨ ਵੀ ਕਰਾਂਗੇ, ਅਜੇ ਅਸੀਂ ਫਾਰਮ ਤਿਆਰ ਕਰ ਰਹੇ ਹਾਂ, ਖਪਤਕਾਰਾਂ ਕੋਲੋਂ ਫਾਰਮ ਭਰਵਾਵਾਂਗੇ, ਫਿਰ ਉਸ 'ਤੇ ਕਾਰਵਾਈ ਕਰਾਂਗੇ। ਹੁਣ ਫਾਰਮ ਵਾਲੀ ਠੱਗੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਮਾਰੀ ਸੀ ਉਹ ਚੰਨੀ ਹੋਰਾਂ ਵੀ ਸ਼ੁਰੂ ਕਰਤੀ। ਇਹ ਠੱਗੀ ਹੈ ਨਾ। ਹੁਣ ਜੇ ਤੁਸੀਂ ਬਿਜਲੀ ਬੋਰਡ ਕੋਲੇ ਪੰਜਾਬ ਦੇ ਅੰਦਰ 2 ਕਿਲੋਵਾਟ ਤੱਕ ਦੇ ਖਪਤਕਾਰਾਂ ਦੀ ਕਿੰਨੀ ਗਿਣਤੀ, ਸਾਰਾ ਡਾਟਾ ਮੌਜੂਦ ਹੈ। ਟੋਟਲ ਅਮਾਊਂਟ ਕਿੰਨਾ ਆ 2 ਕਿਲੋਵਾਟ ਤੱਕ ਦੇ ਬਕਾਏ ਦਾ, ਉਹ ਬਿਜਲੀ ਬੋਰਡ ਕੋਲੇ ਮੌਜੂਦ ਹੈ। ਔਰ ਕੱਲੇ ਖਪਤਕਾਰ ਦਾ 2 ਕਿਲੋਵਾਟ ਤੱਕ ਵਾਲਿਆਂ ਦਾ ਕਿੰਨਾ ਬਕਾਇਆ ਆ, ਉਹ ਬਿਜਲੀ ਬੋਰਡ ਕੋਲੇ ਮੌਜੂਦ ਹੈ। ਤੇ ਫਿਰ ਫਾਰਮ ਕਦੇ ਲਈ ਭਰਵਾਉਂਦੇ ਜੇ? ਫਾਰਮ ਭਰਾ ਕੇ ਉਹਨੇ ਜਿਹਨੂੰ ਤਾਂ ਤੁਹਾਡੇ ਵਾਲਾ ਵੈਸੇ ਘੁੱਗੂ ਵੱਜਣਾ, ਤੁਹਾਡੇ ਵਾਲੇ ਤਾਂ ਉਹਨੇ ਜਿਹਨੂੰ ਵੈਸੇ ਭੋਗ ਪੈ ਜਾਣਾ। ਇਸ ਕਰਕੇ ਜਿਹੜਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਇਹ ਡਰਾਮਾ ਕਰਨਾ ਚਾਹੁੰਦੇ ਨੇ, ਡਰਾਮਾ ਕਰਕੇ ਇੱਕ ਤਰ੍ਹਾਂ ਦੀ ਫਿਰ ਭੌਂ ਕੇ ਠੱਗੀ ਮਾਰਨਾ ਚਾਹੁੰਦੇ ਨੇ। ਪਰ ਹੁਣ ਲੋਕਾਂ ਦੇ ਮਨਾਂ ਤੋਂ ਕਾਂਗਰਸ ਜਿਹੜੀ ਆ ਬੁਰੀ ਤਰ੍ਹਾਂ ਉਤਰ ਚੁੱਕੀ ਆ, ਔਰ ਲੋਕ ਸਮਝਦੇ ਕਿ ਸਾਡੀ ਜਿਹੜੀ ਇਹ ਕਾਂਗਰਸ ਪਾਰਟੀ ਦੋਸ਼ੀ ਹੈ, ਗੁਨਾਹਗਾਰ ਹੈ, ਸਾਨੂੰ ਇਹਨੇ ਠੱਗਿਆ ਆ, ਧੋਖਾ ਦਿੱਤਾ ਆ। ਹੁਣ ਜਿੰਨੇ ਮਰਜ਼ੀ ਭਰਮਜਾਲ ਵਸਾ ਲੈਣ, ਹੁਣ ਲੋਕ ਇਹਦੇ 'ਚ ਫਸਣ ਵਾਲੇ ਨਹੀਂ। ਸੋ ਬਿਲਕੁਲ ਸਹੀ ਗੱਲ ਹੈ। ਉਹ ਤਾਂ ਸਭ ਕੁਝ ਸਾਹਮਣੇ ਆ ਗਿਆ ਕਿ ਲੋਕ ਫਸਣ ਵਾਲੇ ਨਹੀਂ, ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਸੇ ਕਰਕੇ ਪਾਸੇ ਕਰਨਾ ਪਿਆ ਕਿ ਲੋਕ ਦੁਖੀ ਨੇ, ਸਾਡੇ ਕੋਲ ਵਾਅਦੇ ਨਹੀਂ ਪੂਰੇ ਹੋਏ। ਪਰ ਅਕਾਲੀ ਦਲ ਕਿੱਥੇ ਖੜਾ ਹੈ? ਸਵਾਲ ਦਾ ਜਵਾਬ ਵਿੱਚ ਰਹਿ ਗਿਆ ਕਿ ਜੇ ਇੰਨਾ ਲੰਮਾ ਸਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਾਜ ਕਰਦੇ ਆ, ਤੁਸੀਂ ਵੀ ਵਿੱਚ ਰਹਿੰਦੇ ਹੋ, ਜ਼ਿੰਮੇਵਾਰੀ ਵੱਡੀ ਨਿਭਾਉਂਦੇ ਹੋ, ਪੰਜਾਬ ਸਿਰ ਕਰਜ਼ਾ ਇੰਨਾ ਕਿਉਂ ਚੜ੍ਹਦਾ ਗਿਆ? ਖੇਤੀ ਸੈਕਟਰ ਘਾਟੇ ਵੱਲ ਕਿਉਂ ਜਾਂਦਾ ਰਿਹਾ? ਨਸ਼ੇ ਕਿਉਂ ਬੇਰੋਕ ਬੇਟੋਕ ਚੱਲਦੇ ਰਹੇ ਆ? ਨੌਜਵਾਨ ਬੇਰੁਜ਼ਗਾਰੀ ਵੱਲ ਕਿਉਂ ਵੱਧਦੇ ਰਹੇ ਆ? ਕਿ ਇਹ 5 ਸਾਲ ਦੇ ਜਾਂ 4.5 ਸਾਲ ਦੇ ਕਾਂਗਰਸ ਦੇ ਰਾਜ ਨੂੰ ਆਪਾਂ ਨਿੰਦ ਕੇ ਬਰੀ ਹੋ ਸਕਦੇ ਹਾਂ ਸਭ ਤੋਂ? ਤੁਹਾਡੀ ਉਮਰ ਕਿੰਨੀ ਹੈ? ਮੇਰਾ 85 ਦਾ ਬਰਥ ਹੈ, 37 ਸਾਲ ਹੋ ਚੱਲੀ। 37 ਸਾਲ ਦੀ, ਮਤਲਬ
ਉਹ ਸਮਾਂ ਨਹੀਂ ਜੋ ਤੁਸੀਂ ਦੇਖਿਆ ਜਦੋਂ ਸਾਰਾ ਪੰਜਾਬ ਹੀ ਲਗਭਗ ਕੱਚਾ ਹੁੰਦਾ ਸੀਗਾ, ਕਿਸੇ ਵਿਰਲੇ ਦਾ ਮਕਾਨ ਪੱਕਾ ਹੁੰਦਾ ਸੀਗਾ, ਵੱਡੇ ਤੋਂ ਵੱਡੇ ਘਰ ਵਿੱਚ ਵੀ ਇੱਕ ਟਾਈਮ ਸਬਜ਼ੀ ਬਣਦੀ ਸੀਗੀ, ਲੋਕਾਂ ਕੋਲੇ ਸਾਈਕਲ ਨੂੰ ਵੀ ਲੋਕੀ ਜੇ ਪਿੰਡ 'ਚ ਆਉਂਦਾ ਸੀਗਾ ਤੇ ਫਲਾਣੇ ਨੇ ਸਾਈਕਲ ਲਿਆਇਆ, ਹਾਂਜੀ, ਤੇ ਜਿਹਦੇ ਕੋਲ ਸਾਈਕਲ ਹੁੰਦਾ ਸੀ ਉਹ ਦੋ ਦੋ ਟਾਈਮ ਟਾਕੀ ਮਾਰਦਾ ਹੁੰਦਾ ਸੀਗਾ। ਤੇ ਅੱਜ ਹਰੇਕ ਘਰ ਦੇ ਵਿੱਚ ਕਾਰ ਆ, ਹਰੇਕ ਘਰ ਦੇ ਵਿੱਚ ਮੋਟਰਸਾਈਕਲ, ਮਾਤੜ ਤੋਂ ਮਾਤੜ ਮੇਰਾ ਖਿਆਲ ਜਿਹੜਾ ਲੇਬਰਰ ਵੀ ਹੈ ਉਹਦੇ ਘਰੇ ਵੀ ਹੈਗਾ ਆ, ਹਾਂਜੀ। ਤੇ ਇਹ ਕਿੱਥੋਂ ਤਰੱਕੀ ਹੋਈ ਹੈ? ਆਪਾਂ ਕਿ ਨਠਾਣ ਨੂੰ ਗਿਆ ਆ? ਨਹੀਂ, ਇਹ ਕਰਜ਼ੇ ਹੇਠ ਆਇਆ ਨਾ। ਨਹੀਂ ਕਰਜ਼ੇ ਹੇਠ ਕਿੱਥੋਂ ਆ ਗਏ? ਜੇ ਗੱਡੀਆਂ ਵੱਡੀਆਂ ਨਹੀਂ ਕਰਜ਼ੇ ਕੋਈ ਦੱਸੇ ਕਿ ਕਿਹਦੇ ਕਿੰਨਾ ਕੁ ਲੋਕਾਂ ਦੇ ਸਿਰ ਤੇ ਕਰਜ਼ਾ ਆ। ਜੇ ਕਰਜ਼ਾ ਕੋਈ ਚੱਕਦਾ ਆ, ਕੋਈ ਲਿਮਿਟ ਹੀ ਚੱਕਦਾ ਹੋਊਗਾ ਨਾ, ਤੇ ਜੇ ਆਪਦੀ ਵਿੱਤ ਤੋਂ ਵੱਧ ਚੱਕਦਾ ਤੇ ਉਹਦੀ ਮਰਜ਼ੀ ਆ, ਸਾਰੀ ਦੁਨੀਆ ਦੇ ਕੰਮ ਨਹੀਂ। ਜੇ ਲਿਮਟ ਚੱਕ ਕੇ ਆਪਾਂ ਆਪਣੇ ਘਰ ਦੇ ਖਰਚੇ ਪੂਰੇ ਚਲਾਉਣੇ ਤੇ ਮੇਰੇ ਖਿਆਲ ਨਾਲ ਉਹ ਸਾਡੀ ਆਰਥਿਕਤਾ ਮਜ਼ਬੂਤ ਥੋੜੀ ਹੋਈ ਹੈ ਜੀ। ਕਰਜ਼ਾ ਤੇ ਕਰਜ਼ਾ ਹੋ ਗਿਆ। ਨਹੀਂ ਲਿਮਟ ਇੱਕ ਸਰਕਾਰ ਨੇ ਪਾਲਿਸੀ ਦਿੱਤੀ ਆ, ਜੇ ਕਿਸੇ ਨੂੰ ਕੋਈ ਜ਼ਰੂਰਤ ਹੈ ਆਪਦੀ ਵਰਤ ਕੇ ਛਮਾਈ ਪਿੱਛੋਂ ਆਪਦੀ ਜਿਹੜੀ ਆ ਲਿਮਟ ਜਿਹੜੀ ਆ ਉਹ ਉਤਾਰ ਕੇ, ਹਾਂਜੀ, ਜੇ ਤਾਰ ਕੇ ਸੁਰਖਰੂ ਹੋ ਗਏ ਤਾਂ ਠੀਕ ਹੈ, ਜਦੋਂ ਮਰਜ਼ੀ ਚੱਕ ਲੈ। ਇਹ ਤਾਂ ਇੱਕ ਸਰਕਾਰ ਦੀ ਪਾਲਿਸੀ ਹੈ, ਸਰਕਾਰ ਦਾ ਲੋਕਾਂ ਨੂੰ ਉਹਦਾ ਫਾਇਦਾ ਆ। ਇਹ ਤਾਂ ਹੈ ਨਹੀਂ ਕਿ ਲਿਮਟ ਤੁਸੀਂ ਚੱਕ ਲਈ ਆ ਤੇ ਵਾਪਸ ਮਤਲਬ ਜੇ ਤੁਹਾਡੇ ਕੋਲ ਕਮਾਈ ਹੈਗੀ ਤਾਂ ਹੀ ਵਾਪਸ ਮੋੜੋਗੇ ਨਾ, ਤੇ ਵਾਪਸ ਮੋੜ ਕੇ ਦੁਬਾਰਾ ਚੁੱਕੋਗੇ ਨਾ। ਇਹ ਤਾਂ ਹੈ ਨਹੀਂ ਕਿ ਲਿਮਟ ਤੁਹਾਡੀ ਪੈਂਡਿੰਗ ਰਹੇਗੀ ਤੇ ਤੁਸੀਂ ਕਹਿ ਦਿਓ ਫਿਰ ਦੁਬਾਰਾ ਮੇਰੀ ਹੁਣ ਫਿਰ ਦੇ ਦਿਓ, ਇਹ ਤਾਂ ਗੱਲ ਹੈ ਨਹੀਂ ਗੀ। ਇਸ ਕਰਕੇ ਜਿਹੜਾ ਆਪਾਂ ਇਹ ਕਹਿ ਦਈਏ ਜਿਹੜੀ ਪੰਜਾਬ ਸਿਰ ਕਰਜ਼ੇ ਦੀ ਗੱਲ ਹੈ, ਹੁਣ ਕਰਜ਼ਾ ਤਾਂ ਜਿਹੜਾ ਆ ਉਹ ਹਿੰਦੁਸਤਾਨ ਸਰਕਾਰ ਦੇ ਵਿੱਚ ਸਿਰ ਬੜਾ ਆ। ਵੱਖ-ਵੱਖ ਸੂਬਿਆਂ ਦੇ ਹਾਲਾਤ ਦੇਖੋ, ਉਹਨਾਂ ਦੇ ਸਿਰ ਕਿੰਨਾ ਕਰਜ਼ਾ ਆ। ਇਸ ਤੱਕ ਜਾਪਾਨ ਸਭ ਤੋਂ ਤਰੱਕੀ ਯਾਫਤਾ ਮੁਲਕ ਹੈ, ਉਹਦਾ ਜਿਹੜਾ ਕਰਜ਼ਾ ਆ ਉਹ ਤੇ ਪੰਜਾਬ ਉਹਦੇ ਬਰਾਬਰ ਤੇ ਕੁਛ ਵੀ ਨਹੀਂ। ਗੁਜਰਾਤ ਜਿਹੜਾ ਹੈ ਆਪਣੇ ਆਪ ਨੂੰ ਕਹਿੰਦੇ ਆ ਕਿ ਜਿਹੜਾ ਮਾਡਲ ਪੇਸ਼ ਕੀਤਾ ਜਾਂਦਾ ਰਿਹਾ, ਉੱਥੋਂ ਦਾ ਕਰਜ਼ਾ ਤੁਸੀਂ ਦੇਖ ਲਓ, ਵੱਖ-ਵੱਖ ਸਟੇਟਾਂ ਦਾ ਦੇਖ ਲਓ। ਇਵੇਂ ਇੱਕ ਆਪਾਂ ਆਪਣੇ ਅਸਲ 'ਚ ਜਿਹੜਾ ਵੀ ਕੋਈ ਉੱਠਦਾ ਨਾ ਜੀ ਕਰਜ਼ਾ, ਜੇ ਕਰਜ਼ਾ ਚੁੱਕਿਆ ਜਾਂਦਾ ਤੇ ਕਰਜ਼ੇ ਦੇ ਨਾਲ ਐਸਟ ਤਿਆਰ ਕੀਤੇ ਜਾਂਦੇ। ਜੇ ਕਰਜ਼ਾ ਚੱਕ ਕੇ ਕੋਈ ਘਰ ਦਾ ਮਕਾਨ ਬਣਾ ਲਿਆ ਜਾਂਦਾ ਆ, ਕੋਈ ਜਾਇਦਾਦ ਬਣਾ ਲਈ ਜਾਂਦੀ ਹੈ, ਕੋਈ ਜ਼ਮੀਨ ਖਰੀਦ ਲਈ ਜਾਂਦੀ ਹੈ, ਕੋਈ ਪਲਾਟ ਖਰੀਦ ਲਿਆ ਜਾਂਦਾ, ਉਹ ਕੋਈ ਕਰਜ਼ਾ ਮਾੜਾ ਨਹੀਂ। ਜੇ ਕਰਜ਼ੇ ਦੇ ਨਾਲ ਵਿਕਾਸ ਕਰ ਲਿਆ ਜਾਂਦਾ ਆ, ਉਹ ਕਰਜ਼ਾ ਮਾੜਾ ਨਹੀਂ। ਹੁਣ ਕੀ ਹੈ ਕਿ ਅਕਾਲੀ ਸਰਕਾਰ ਵੇਲੇ ਸਮੁੱਚੇ 10 ਸਾਲਾਂ ਦੇ ਵਿੱਚ ਮੇਰਾ ਖਿਆਲ ਹੈ ਕਿ ਵੱਧ ਤੋਂ ਵੱਧ 70-80 ਹਜ਼ਾਰ ਕਰੋੜ ਦਾ ਕਰਜ਼ਾ ਚੱਕਿਆ ਗਿਆ, 1.5 ਲੱਖ ਕਰੋੜ ਦੇ ਲਾਗੇ ਸੀਗਾ, ਠੀਕ ਹੈ। ਤੇ ਹੁਣ ਜਿਹੜਾ ਆ 3 ਲੱਖ ਕਰੋੜ ਨੂੰ ਚਲਾ ਗਿਆ, 1.5 ਲੱਖ ਕਰੋੜ ਫਿਰ ਇਸ ਸਰਕਾਰ ਨੇ 4.5 ਸਾਲਾਂ ਚੱਕ ਲਿਆ। ਉਹਦਾ 1.5 ਲੱਖ ਕਰੋੜ ਚੱਕਿਆ ਆ, ਉਹ ਦੱਸਣ ਦੱਸੇ ਲਾਇਆ ਕਿੱਥੇ ਆ? ਅਕਾਲੀ ਦਲ ਨੇ 4 ਲੇਨ 6 ਲੇਨ ਸੜਕਾਂ, ਪਿੰਡਾਂ ਦਾ ਵਿਕਾਸ, ਸ਼ਹਿਰਾਂ ਦਾ ਵਿਕਾਸ, ਬਿਜਲੀ ਦਾ ਵਿਕਾਸ, ਏਅਰ ਕਨੈਕਟੀਵਿਟੀ, ਸਮੁੱਚੇ ਪੰਜਾਬ ਦੇ ਅੰਦਰ ਜਿਹੜਾ ਆ ਜਿਹੜੇ ਖੇਤਾਂ 'ਚ ਲੋਕ ਰਹਿੰਦੇ ਸੀ ਉਹਨਾਂ ਦੇ ਰਸਤੇ ਪੱਕੇ ਕੀਤੇ, ਉਹਨਾਂ ਨੂੰ 24 ਘੰਟੇ ਬਿਜਲੀ ਸਪਲਾਈ ਦਿੱਤੀ। ਹੋਰ ਵੀ ਜਿੰਨੇ ਵਿਕਾਸ ਕੀਤੇ ਆ, ਤੇ ਤੁਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਿਗਾਹ ਮਾਰ ਕੇ ਦੇਖ ਲਓ ਜਾਂ ਹੋਰ ਸੱਜੇ ਖੱਬੇ ਨਿਗਾਹ ਮਾਰ ਕੇ ਦੇਖ ਲਓ, ਤੇ ਤੁਹਾਨੂੰ ਜਿਹੜਾ ਸਾਰਾ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਦਾ ਕੀਤਾ ਹੋਇਆ ਵਿਕਾਸ ਨਜ਼ਰ ਆਊਗਾ। ਤੇ ਜੇ 1.5 ਲੱਖ ਕਰੋੜ ਟੋਟਲ ਸੀਗਾ ਪਿੱਛੇ ਜਦੋਂ ਤੋਂ ਲੈ ਕੇ ਚੱਲਿਆ, ਤੇ ਅਕਾਲੀ ਸਰਕਾਰ ਵੇਲੇ ਵੱਧ ਕੇ 1.5 ਲੱਖ ਕਰੋੜ ਹੋ ਗਿਆ, ਤੇ 1.5 ਲੱਖ ਕਰੋੜ ਇਹਨਾਂ ਚੱਕ ਕੇ 3 ਲੱਖ ਕਰੋੜ ਕਰਤਾ। ਇਹ ਦੱਸੇ 1.5 ਲੱਖ ਕਰੋੜ ਵਰਤਿਆ ਕਿੱਥੇ ਹੈ? ਹੁਣ ਅਗਲਾ ਆਉਣ ਵਾਲਾ ਸਮਾਂ ਤੁਸੀਂ ਫਿਰ ਕਹਿ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਸਰਗਰਮ ਹੈ, ਉਹ ਆਪਣਾ ਬੰਦਾ ਕਹਿੰਦੇ ਹੈ ਕਿ ਸਰਕਾਰ ਬਣੇਗੀ, ਜਿੱਤੇਗੀ, ਫਿਰ ਕਰਜ਼ੇ ਚੁੱਕ ਕੇ ਵਿਕਾਸ ਕੀਤਾ ਜਾਂਦਾ ਰਹੇਗਾ? ਨਹੀਂ, ਪਹਿਲੋਂ ਵੀ ਨਹੀਂ ਇਹੋ ਜਿਹੀ ਗੱਲ ਕੋਈ ਨਹੀਂ ਹੈਗੀ, ਪਰ ਇਹ ਠੀਕ ਹੈ, ਚੱਲਦਾ ਹੁੰਦਾ ਆ, ਇਹ ਚੱਲਦਾ ਆ। ਸਰਕਾਰਾਂ ਕਰਜ਼ੇ ਚੱਕਦੀਆਂ ਵੀ ਨੇ, ਕਰਜ਼ੇ ਚੱਕ ਕੇ ਫਿਰ ਵਾਪਸ ਵੀ ਕੀਤੇ ਜਾਂਦੇ ਆ। ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿਸਾਨਾਂ ਦੀਆਂ ਲਿਮਟਾਂ ਦੀਆਂ ਨੇ, ਉਹ ਜਿਹੜੇ ਹੈਗੇ ਤੁਸੀਂ ਆਪਦੇ ਸਮਰੱਥਾ ਅਨੁਸਾਰ ਚੁੱਕੋ, ਉਹਦੇ ਨਾਲ ਡਿਵੈਲਪਮੈਂਟ ਕਰੋ, ਤੇ ਸਰਕਾਰੀ ਕਰਜ਼ੇ ਚੱਕ ਕੇ ਤਨਖਾਹਾਂ ਤਾਂ ਨਾ ਦਿਓ। ਸਰਕਾਰੀ ਖਰਚੇ ਕਰਕੇ ਤੁਸੀਂ ਆਪਦੀ ਸਰਕਾਰ ਤਾਂ ਨਾ ਚਲਾਓ। ਉਹਦੇ ਵਾਸਤੇ ਤੁਹਾਨੂੰ ਆਪਣੇ ਜਿਹੜੇ ਪ੍ਰਬੰਧ ਕਰਨੇ ਪੈਣਗੇ, ਆਪਦੇ ਤੁਹਾਨੂੰ ਰਿਸੋਰਸ ਜਿਹੜੇ ਆ ਉਹ ਜਿਹੜੇ ਆ ਉਹ ਜਟਾਉਣੇ ਪੈਣਗੇ। ਇਸ ਕਰਕੇ ਜਿਹੜਾ ਆ ਇਹ ਜਿਹੜੇ ਵਿੱਤ ਮੰਤਰੀ ਨੇ, ਜਾਂ ਕਹਿ ਲਈ ਕਿ ਸਮੁੱਚੇ ਰੂਪ 'ਚ ਸਰਕਾਰ ਹੀ ਜਿਹੜੀ ਇਸ ਪੱਖੋਂ ਫੇਲ ਹੋਈ ਹੈ ਕਿ ਉਹਨਾਂ ਕੋਲੋਂ ਸਰਕਾਰ ਚਲਾਉਣੀ ਉਹਨਾਂ ਕੋਲੋਂ ਚੱਲੀ ਨਹੀਂ। ਹੁਣ ਮੈਂ ਤੁਹਾਨੂੰ ਦੱਸਦਾ ਕਿ ਇੱਕ ਘਰ ਹੈ, ਤੇ ਜੇ ਤੇ ਉਸ ਘਰ ਦਾ ਮੁਖੀ ਬਣ ਗਿਆ ਸਿਆਣਾ, ਘਰ ਤਰੱਕੀ ਕਰ ਜਾਊ। ਆਪਾਂ ਵੇਣੇ ਪਿੰਡਾਂ 'ਚ ਕਈ ਘਰ ਨੇ ਜਿਹੜੇ ਮਤਲਬ ਬੜੇ ਗਰੀਬ ਸੀ, ਤੇ ਘਰ ਦੀ ਮੁਖਤਿਆਰੀ ਜਿਹੜੀ ਸਿਆਣੇ ਬੰਦੇ ਦੇ ਹੱਥ 'ਚ ਆ ਗਈ, ਤੇ ਮਿਹਨਤ ਕੀਤੀ, ਚੰਗਾ ਉਹਨੇ ਧਿਆਨ ਦਿੱਤਾ,
ਉਹਨੇ ਘਰ ਨੂੰ ਚੰਗਾ ਲੀਡ ਕੀਤਾ ਅਤੇ ਘਰ ਤਰੱਕੀ ਕਰਕੇ 5 ਕਿੱਲਿਆਂ ਤੋਂ 100 ਕਿੱਲਾ ਬਣਾ ਗਿਆ। ਮੈਂ ਅੱਖੀਂ ਦੇਖਿਆ ਹੈ ਕਿ 100 ਕਿੱਲੇ ਦੇ ਮਾਲਕ ਘਰ ਦੀ ਮੁਖਤਿਆਰੀ ਜਿਹੜੀ ਹੈ ਉਹ ਮਾੜੇ ਬੰਦੇ ਦੇ ਹੱਥ 'ਚ ਆ ਗਈ ਜਾਂ ਬੰਦੇ ਮਾੜੇ ਆ ਗਏ ਅਤੇ 100 ਕਿੱਲੇ ਵਾਲੇ 5-5 ਕਿੱਲਿਆਂ 'ਤੇ ਬੈਠੇ। ਇਹ ਜਿਹੜੀ ਜਿਸ ਤਰ੍ਹਾਂ ਹੀ ਘਰ ਦੇ ਮੁਖੀ ਦੀ ਆ, ਘਰ ਇੱਕ ਚਲਾਉਣੇ ਆ ਅਤੇ ਘਰ ਦਾ ਮੁਖੀ ਜੇ ਚੰਗਾ ਆ ਅਤੇ ਘਰ ਤਰੱਕੀ ਕਰਦਾ ਹੈ। ਜੇ ਸਰਕਾਰ ਦਾ ਮੁਖੀ ਚੰਗਾ ਆ ਅਤੇ ਸਟੇਟ ਵੀ ਤਰੱਕੀ ਕਰਦੀ ਹੈ, ਲੋਕਾਂ ਨੂੰ ਵੀ ਸਹੂਲਤਾਂ ਮਿਲਦੀਆਂ ਨੇ। ਅਤੇ ਜੇ ਸਰਕਾਰ ਦਾ ਮੁਖੀ ਮਾੜਾ ਬਣ ਗਿਆ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਬਣਿਆ ਸੀ, ਅਤੇ ਜਿਹਨੇ ਸਿਵਾਏ ਸਰਕਾਰ ਭੋਗਣ ਤੋਂ ਜਾਂ ਮੌਜ ਮਸਤੀ ਕਰਨ ਤੋਂ ਜਾਂ ਆਰਾਮ ਕਰਨ ਤੋਂ ਸਿਵਾਏ ਹੋਰ ਕੀਤਾ ਹੀ ਕੱਖ ਨਹੀਂ, ਅਤੇ ਫਿਰ ਇਹਦੇ ਨਾਲ ਜਿਹੜੇ ਆ ਸਟੇਟਾਂ ਜਿਹੜੀਆਂ ਨੇ, ਸੂਬੇ ਜਿਹੜੇ ਨੇ, ਉਹ ਆਪਣੇ ਆਪ ਜਿਹੜੇ ਆ ਉਹ ਠਾਹ ਜਾਂਦੇ ਨੇ। ਇਸ ਕਰਕੇ ਜਿਹੜਾ ਦੇਖੋ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦਾ ਮਾਣ ਹੈ ਕਿ ਜੇ ਕਿਸਾਨਾਂ ਦੇ ਬੰਬੀਆਂ ਦੇ ਬਿੱਲ ਮਾਫ ਕੀਤੇ, ਕਦੀ ਕੋਈ ਸੋਚ ਨਹੀਂ ਸੀ ਸਕਦਾ ਅਤੇ ਪੂਰੇ ਹਿੰਦੁਸਤਾਨ 'ਚ ਕਿਤੇ ਹੋਰ ਹੈ ਵੀ ਨਹੀਂ ਸੀ। 1997 'ਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਅਤੇ ਸਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ, ਜੇ ਮੇਰੀ ਸਰਕਾਰ ਬਣ ਗਈ ਭਾਈ ਤਾਂ ਮੈਂ ਤੁਹਾਡੇ ਬੰਬੀਆਂ ਦੇ ਬਿੱਲ ਮਾਫ ਕਰੂੰ। ਗਰੀਬ ਭਾਈਚਾਰੇ ਨਾਲ ਵਾਅਦਾ ਕੀਤਾ ਕਿ ਤੁਹਾਡੇ ਮੈਂ 200 ਯੂਨਿਟ ਬਿਜਲੀ ਦੇ ਮਾਫ ਕਰੂੰ। ਨਾਲ ਹੀ ਵਾਅਦਾ ਕੀਤਾ ਕਿ ਗਰੀਬ ਬੱਚੀਆਂ ਦੇ ਵਿਆਹ 'ਤੇ 5100, ਉਦੋਂ 5100 ਦੀ ਗੱਲ ਸੀ ਅਤੇ 5100 ਉਦੋਂ ਹੈ ਵੀ ਬੜਾ ਸੀਗਾ, 5100 ਰੁਪਈਆ ਸ਼ਗਨ ਸਕੀਮ ਸ਼ੁਰੂ ਕਰਾਂਗੇ। ਅਤੇ ਮੈਨੂੰ ਕਈ ਜ਼ਿਮੀਂਦਾਰ ਭਰਾਵਾਂ ਨੇ ਮੈਨੂੰ ਕਹਿਣਾ, ਯਾਰ ਸਰਕਾਰ ਤਾਂ ਤੁਹਾਡੀ ਵੈਸੇ ਬਣਾ ਦੇਣੀ ਹੈ, ਉਦੋਂ ਹਾਲਾਤ ਇਸ ਤਰ੍ਹਾਂ ਦੇ ਸੀ, ਅਤੇ ਇਹ ਵਾਅਦੇ ਕਾਹਨੂੰ ਕਰਦੇ ਜਿਹੜੇ ਪੂਰੇ ਨਹੀਂ ਹੋ ਸਕਦੇ। ਬੰਬੀਆਂ ਦੇ ਬਿੱਲ ਕੌਣ ਮਾਫ ਕਰ ਦੂਗਾ? ਅਤੇ ਸਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ, ਪਹਿਲੀ ਕੈਬਨਿਟ ਦੇ ਵਿੱਚ ਬੰਬੀਆਂ ਦੇ ਬਿੱਲ ਮਾਫ ਕੀਤੇ। ਬੰਬੀਆਂ ਦੇ ਬਿੱਲ ਮਾਫ ਕੀਤੇ ਜੋ ਕਿਹਾ ਸੀਗਾ, ਨਾਲ ਮਾਮਲਾ ਵੀ ਮਾਫ ਕਰਤਾ। ਤੁਹਾਨੂੰ ਤਾਂ ਪਤਾ ਨਹੀਂ ਹੋਣਾ ਮਾਮਲਾ ਕੀ ਬਲਾ ਹੁੰਦੀ ਸੀਗੀ। ਹਾਂਜੀ, ਅਤੇ ਮਾਮਲਾ ਜਿਹੜਾ ਆ ਵੱਡਿਆਂ ਕੋਲੋਂ ਨਹੀਂ ਸੀ ਤਰਦਾ ਹੁੰਦਾ। ਹਾਂਜੀ, ਅਤੇ ਪਿੰਡ 'ਚ ਤਹਿਸੀਲੋਂ ਇੱਕ ਚੌਂਕੀਦਾਰ ਜਿਹਾ ਸਿਪਾਹੀ ਟਾਈਪ ਜਿਹਾ ਆਉਂਦਾ ਹੁੰਦਾ ਸੀ, ਜਾਲੀ ਜਿਹਾ ਸਾਈਕਲ 'ਤੇ, ਅਤੇ ਜਦੋਂ ਪਤਾ ਲੱਗ ਜਾਂਦਾ ਪਿੰਡ ਦੇ ਲੋਕਾਂ ਨੂੰ ਕਿ ਉਹ ਆ ਗਿਆ, ਅਤੇ ਜਿੰਨਾ ਮਾਮਲਾ ਦੇਣਾ ਹੁੰਦਾ ਸੀ ਉਹ ਵਿਚਾਰੇ ਖੇਤਾਂ ਤੋਂ ਵਾਪਸ ਨਹੀਂ ਸੀ ਆਉਂਦੇ। ਅਤੇ ਕਈ ਇੰਨੇ ਕੁ ਡਿਫਾਲਟਰ ਹੋਏ ਹੁੰਦੇ ਸੀ ਕਿ ਉਹਨਾਂ ਦਾ ਮਾਲ ਡੰਗਰ ਹਿੱਕ ਕੇ ਖੋਲ੍ਹ ਕੇ ਥਾਣਿਆਂ ਦੇ ਵਿੱਚ ਵੱਡੇ ਹਾਤੇ ਬਣੇ ਹੁੰਦੇ ਸੀ, ਉਹਨਾਂ 'ਚ ਲੈ ਜਾਂਦੇ ਸੀ, ਜਾਂ ਘਰ ਦਾ ਭਾਂਡਾ ਟੀਂਡਾ ਬੋਰੀਆਂ 'ਚ ਭਰ ਕੇ ਲੈ ਜਾਂਦੇ ਸੀਗੇ। ਇਹ ਉਹ ਮਾਮਲਾ ਵੀ ਸਰ ਪ੍ਰਕਾਸ਼ ਸਿੰਘ ਬਾਦਲ ਨੇ ਮਗਰੋਂ ਲਾਇਆ। 200 ਯੂਨਿਟ ਬਿਜਲੀ ਦਾ ਮਾਫ ਗਰੀਬਾਂ ਦਾ ਕੀਤਾ। ਹਾਂਜੀ, ਗੱਲ ਕਰਨੀ ਚਾਹੁੰਦਾ ਇਹਦੇ ਵਿੱਚ ਹੀ ਤੁਸੀਂ ਮੇਰੀ ਗੱਲ ਕਰਦੇ ਹੋ, ਮੈਂ ਸਟੱਡੀ ਕੀਤੀ ਇਹਨਾਂ ਸਾਰੇ ਮਾਮਲੇ 'ਤੇ, ਨਾਲ ਚੱਲਦੇ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵੀ। ਸੋ ਮੈਂ ਲੋਕਾਂ ਦੇ ਸਵਾਲ ਤਾਂ ਕਰਕੇ ਕਰਦਾ, ਲੋਕ ਕਹਿੰਦੇ ਆ, ਤੁਸੀਂ ਕਹਿੰਦੇ ਹੋ ਕਿ ਕਰਜ਼ਾ ਵੱਧ ਕੇ ਇੰਨਾ ਹੋ ਗਿਆ ਪੰਜਾਬ ਸਰਕਾਰ ਦੇ ਸਿਰ, ਪੰਜਾਬ ਦੇ ਸਿਰ ਕਰਜ਼ਾ ਵੱਧ ਕੇ ਹੋ ਗਿਆ, ਕਿਸਾਨਾਂ ਦੇ ਸਿਰ ਕਰਜ਼ਾ ਹੋ ਗਿਆ, ਆਮ ਵਪਾਰੀ ਜਿਹੜਾ ਉਹ ਵੀ ਕਰਜ਼ਾਈ ਹੋ ਗਿਆ। ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਵੀ ਕਿਤੇ ਨਾ ਕਿਤੇ ਕਰਜ਼ਾਈ ਹੋ ਗਏ, ਲੈ ਦਿੱਤੇ ਹੋਣਗੇ, ਲੈਣੇ ਦੇਣੇ ਪੈਂਦੇ ਆ, ਸਰਕਲ ਐਵੇਂ ਦਾ। ਲੋਕ ਕਹਿੰਦੇ ਨੇ ਕਿ ਇਹ ਸਾਰੇ ਐਪੀਸੋਡ ਦੇ ਵਿੱਚ ਅਕਾਲੀ ਦਲ ਦੇ, ਕਾਂਗਰਸ ਦੇ ਹੋਰ ਵੀ ਲੀਡਰ ਆ, ਇਹ ਕਿੰਨੇ ਕੁ ਕਰਜ਼ਾਈ ਹੋਏ? ਇੰਨੀ ਸਾਰੀ ਹੈ, ਮੇਰੇ ਸਿਰ ਵੀ ਆ, ਆਪਦੇ ਸਿਰ ਵੀ ਹੈਗਾ, ਹਰੇਕ ਦੇ ਸਿਰ ਹੀ ਹੈਗਾ। ਠੀਕ ਹੈ, ਕਮਾਈ ਵੀ ਹੈਗੀ ਆ, ਆਪਦੇ ਕਮਾਈ ਦੇ ਸਾਧਨ ਵੀ ਹੈਗੇ ਆ, ਪਰ ਨਾਲ ਜਿਹੜਾ ਕਰਜ਼ਾ ਆ ਉਹ ਵੀ ਚੱਲਦਾ ਰਹਿੰਦਾ। ਉਹ ਤਾਂ ਮੇਰਾ ਖਿਆਲ ਕੋਈ ਵੀ ਸੁਰਖਰੂ ਨਹੀਂ ਹੋਣਾ। ਕੋਈ ਵਿਰਲਾ ਭਾਵੇਂ ਕੋਈ ਹੋਵੇ ਰਾਜਨੀਤਿਕ ਵਿਅਕਤੀ ਜਿਹਦੇ ਸਿਰ 'ਤੇ ਕਰਜ਼ਾ ਨਾ ਹੋਵੇ। ਮੈਂ ਦਾਅਵੇ ਨਾਲ ਕਹਿੰਦਾ ਇਸ ਗੱਲ ਦਾ, ਕੋਈ ਵਿਰਲਾ, ਮੈਂ ਨਹੀਂ ਕਹਿੰਦਾ ਵੀ ਸਾਰੇ 100% ਹੀ ਹੈ, ਕੋਈ ਵਿਰਲਾ ਹੀ ਹੋਊਗਾ ਜਿਹਦੇ ਸਿਰ ਕਰਜ਼ਾ ਨਹੀਂ ਹੋਊਗਾ। ਪੰਜਾਬ ਕਿਵੇਂ ਉੱਭਰੇਗਾ ਫਿਰ ਕਰਜ਼ੇ ਦੇ ਵਿੱਚ? ਨਹੀਂ, ਕਰਜ਼ਾ ਮਾੜੀ ਚੀਜ਼ ਥੋੜ੍ਹੀ ਹੈ। ਕਰਜ਼ੇ ਦੇ ਨਾਲ ਜੇ ਤੁਸੀਂ ਆਪਦੀ ਵਿੱਤ ਦੇ ਮੁਤਾਬਕ ਕਰਜ਼ਾ ਲੈਂਦੇ ਜੇ, ਵਿੱਤ ਦੇ ਮੁਤਾਬਕ ਤੁਸੀਂ ਉਹ ਜਿਹੜਾ ਲਿਆ ਹੋਇਆ ਕਰਜ਼ਾ ਆ ਉਹਦੇ ਤੁਸੀਂ ਐਸਟ ਤਿਆਰ ਕਰਦੇ ਜੇ, ਉਹਦੀ ਤੁਸੀਂ ਪ੍ਰਾਪਰਟੀ ਬਣਾਉਂਦੇ ਜੇ, ਉਹਦਾ ਕੁਛ ਤੁਸੀਂ ਬਣਾਉਂਦੇ ਜੇ, ਤੇ ਉਹ ਤਾਂ ਗੱਲ ਕੋਈ ਮਾੜੀ ਨਹੀਂ ਗੀ। ਕਰਜ਼ਾ ਮਾੜਾ ਆ ਕਿਉਂਕਿ ਕਿਸਾਨ ਖੁਦਕੁਸ਼ੀਆਂ ਬੜੀਆਂ ਨੇ, ਦਿਨ ਦਿਨ ਵੱਧ ਰਹੀਆਂ ਨੇ, ਉਹਨੂੰ ਕਿਵੇਂ ਰੋਕਿਆ ਜਾਵੇ? ਦੇਖੋ, ਉਹਦੇ ਜਿਹੜੇ ਕਿਸਾਨ ਖੁਦਕੁਸ਼ੀਆਂ ਨੇ, ਇਹ 'ਚ ਕੋਈ ਦਰਾਵਾਂ ਨਹੀਂ ਗਿਆ ਕਿ ਇਹ ਜਿਹੜੀਆਂ ਕਿਸਾਨੀ ਖੁਦਕੁਸ਼ੀਆਂ ਹੋ ਰਹੀਆਂ ਨੇ ਉਹ ਚਿੰਤਾਜਨਕ ਹੈ। ਕਈ ਵਿਚਾਰੇ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਕਿ ਉਹ ਕਰਜ਼ਾ ਚੱਕ ਲੈਂਦੇ ਆ ਅਤੇ ਮੋੜਨ ਦੀ ਸਮਰੱਥਾ 'ਚ ਨਹੀਂ ਹੁੰਦੇ, ਅਤੇ ਇਹੋ ਜਿਹੇ ਭਾਣੇ ਵਾਪਰਦੇ ਵੀ ਆ। ਮਾੜੀ ਗੱਲ ਹੈ, ਚਿੰਤਾ ਵਾਲੀ ਗੱਲ ਹੈ। ਹਾਂਜੀ, ਪਰ ਸਰਕਾਰ ਵੱਲੋਂ ਤਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਉਹਦੇ ਵੱਲੋਂ ਤਾਂ ਨਾ ਕੋਈ ਕਸਰ ਰਹੀ ਹੈ। ਹੁਣ ਜਿਹੜੀ ਤੁਸੀਂ ਦੱਸੋ, ਅੱਜ ਜਿਹਦੇ ਵਾਸਤੇ ਕਿਸਾਨ ਲੜ ਰਿਹਾ ਹੈ ਕਿ ਸਾਡੀ MSP ਖਤਮ ਹੋ ਜੂ, ਸਾਡੀ ਸਰਕਾਰੀ ਖਰੀਦ ਖਤਮ ਹੋ ਜੂ, ਸਾਡਾ ਵੀ ਹਾਲ ਜਿਹੜਾ ਬਿਹਾਰ ਵਾਲਾ ਅਤੇ ਮੱਧ ਪ੍ਰਦੇਸ਼ ਵਾਲਾ ਅਤੇ ਦੂਸਰੀਆਂ ਸਟੇਟਾਂ ਵਾਲਾ ਹੋ ਜੂ। ਇਹ MSP ਦਵਾਈ ਕਿੰਨੇ, ਇਹ ਸਰਕਾਰੀ ਖਰੀਦ ਸ਼ੁਰੂ ਕਿੰਨੇ ਕਰਵਾਈ? ਹਾਂਜੀ, ਸਾਂਝਾ ਪੰਜਾਬ ਹੁੰਦਾ ਸੀ ਉਸ ਸਮੇਂ, ਪੰਜਾਬ ਅਤੇ ਹਰਿਆਣੇ 'ਚ ਜੋ ਕੁਛ ਲਾਗੂ ਹੋਇਆ। ਫਿਰ ਸਭ ਤੋਂ ਵੱਡੀ ਗੱਲ ਹੈ
ਕਿ ਜਿਹੜੇ 3 ਕਿਸਾਨਾਂ ਦੇ ਜਿਹੜੇ ਬਿੱਲ ਨੇ, ਉਹਨਾਂ ਬਿੱਲਾਂ 'ਚੋਂ ਇੱਕ ਬਿੱਲ ਹੈਗਾ APMC ਐਕਟ, ਜਿਹੜਾ ਸਰਕਾਰੀ ਮੰਡੀਆਂ ਦੇ ਬਰਾਬਰ ਤੇ ਪ੍ਰਾਈਵੇਟ ਮੰਡੀਆਂ ਖੁੱਲ੍ਹਣ ਵਾਲਾ, ਅਤੇ ਜਿਹਦੇ ਖਦਸ਼ਾ ਹੈ ਕਿ ਜੇ ਪ੍ਰਾਈਵੇਟ ਮੰਡੀਆਂ ਖੁੱਲ੍ਹ ਜਾਂਦੀਆਂ ਆ ਅਤੇ ਉੱਥੇ ਜਿਹੜਾ ਖਰੀਦਦਾਰ ਹੈ ਉੱਤੇ ਕੋਈ ਟੈਕਸ ਨਹੀਂ ਲੱਗਣਾ, ਅਤੇ ਉਹ ਪਹਿਲੋਂ ਸ਼ੁਰੂ ਵਿੱਚ ਰੇਟ ਕਿਸਾਨ ਨੂੰ ਵੱਧ ਦਊਗਾ, ਅਤੇ ਇੱਧਰੋਂ ਜਿਹੜਾ ਸਰਕਾਰੀ ਮੰਡੀਆਂ 'ਚ ਲੋਕ ਜਾਣੋਂ ਹਟ ਜਾਣਗੇ, ਅਤੇ ਸਰਕਾਰੀ ਮੰਡੀਆਂ ਫੇਲ ਹੋ ਜਾਣਗੀਆਂ, ਪ੍ਰਾਈਵੇਟ ਮੰਡੀਆਂ ਕਾਮਯਾਬ ਹੋ ਜਾਣਗੀਆਂ, ਅਤੇ ਜਦੋਂ ਸਰਕਾਰੀ ਮੰਡੀਆਂ ਫੇਲ ਹੋ ਗਈਆਂ ਤਾਂ ਫਿਰ ਪ੍ਰਾਈਵੇਟ ਖਰੀਦਦਾਰ ਜਿਹੜਾ ਆ ਉਹ ਮਨਮਰਜ਼ੀ ਕਰੂਗਾ, ਅਤੇ ਸਾਡਾ ਜਿਹੜਾ ਸਿਸਟਮ ਖਤਮ ਹੋ ਜਾਊ। ਇਸ ਖਦਸ਼ੇ ਨੂੰ ਲੈ ਕੇ ਕਿਸਾਨ ਜਿਹੜੇ ਸੰਘਰਸ਼ ਕਰ ਰਹੇ ਨੇ, ਉਹ ਜਿਹੜੀਆਂ ਸਰਕਾਰੀ ਮੰਡੀਆਂ ਨੇ ਪੰਜਾਬ ਦੇ ਅੰਦਰ, ਜਿਹੜਾ ਮੰਡੀਕਰਨ ਸਿਸਟਮ ਹੈ ਪੰਜਾਬ ਦਾ, ਤੁਸੀਂ ਕਿਤੇ ਸਟੱਡੀ ਕਰ ਲਿਆ ਜੇ, ਪੂਰੀ ਦੁਨੀਆ 'ਚ ਮੰਡੀਕਰਨ ਸਿਸਟਮ ਬੜੇ ਨੇ। ਪੂਰੇ ਹਿੰਦੁਸਤਾਨ ਦੀ ਗੱਲ ਨਹੀਂ ਕਰਦਾ ਮੈਂ, ਪੂਰੀ ਦੁਨੀਆ ਦੀ ਗੱਲ ਕਰਦਾ। ਦੁਨੀਆ ਦੇ ਵਿੱਚੋਂ ਸਭ ਤੋਂ ਬਿਹਤਰ ਮੰਡੀਕਰਨ ਸਿਸਟਮ ਜਿਹੜਾ ਪੰਜਾਬ ਦਾ ਹੈ, ਅਤੇ ਮੰਡੀਕਰਨ ਸਿਸਟਮ ਦਿੱਤਾ ਕਿਹਨੇ ਹੈ? ਜਿਹਦੇ ਬਾਰੇ ਖਦਸ਼ੇ ਆ, ਡਰ ਹੈ ਵੀ ਖਤਮ ਹੋ ਜੂ, ਉਹ ਸਰ ਪ੍ਰਕਾਸ਼ ਸਿੰਘ ਬਾਦਲ ਨੇ। 90% ਪੰਜਾਬ ਦੀਆਂ ਮੰਡੀਆਂ ਜਿਹੜੀਆਂ ਨੇ ਉਹ ਸਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ। ਇਸ ਕਰਕੇ ਜਿਹੜਾ ਆ ਹੋਰ ਬਹੁਤ ਕੁਛ ਕੀਤਾ, ਹਰੇਕ ਵਰਗ ਵਾਸਤੇ ਕੀਤਾ ਆ। ਅਤੇ ਇਹ ਜੇ ਹੁਣ ਖੇਤਾਂ ਦੇ ਵਿੱਚ ਜਿਹੜੇ ਕਿਸਾਨ ਰਹਿੰਦੇ ਸੀ, ਕਦੇ ਸੋਚ ਨਹੀਂ ਸਕਦਾ ਵੀ 24 ਘੰਟੇ ਬੱਤੀ ਉੱਥੇ ਵੀ ਆ ਸਕਦੀ ਹੈ। ਉੱਥੇ ਤਾਂ ਇਹੀ ਹੁੰਦੀ ਸੀਗੀ ਕਿ ਗਰਮੀਆਂ ਦੇ ਵਿੱਚ ਜਦੋਂ ਬੰਬੀਆਂ ਦੇ ਝੋਨੇ ਦਾ ਸੀਜ਼ਨ ਹੁੰਦਾ ਸੀ, ਉਦੋਂ ਜਿਹੜੀ 6-7 ਘੰਟੇ ਆ ਗਈ, ਜੇ ਸਵੇਰੇ ਆ ਗਈ ਰਾਤ ਨਹੀਂ ਆਉਣੀ, ਰਾਤ ਆ ਗਈ ਸਵੇਰੇ ਨਹੀਂ ਆਉਣੀ, ਅੱਗੋਂ ਪਿੱਛੋਂ ਘੰਟਾ ਆਉਂਦੀ ਸੀਗੀ, ਉਹ ਵੀ ਜੇ ਹਨੇਰੀ ਚੱਲ ਗਈ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ ਗਾ। ਹੁਣ 24 ਘੰਟੇ ਖੇਤਾਂ ਦੇ ਵਿੱਚ, ਪਿੰਡਾਂ ਦੇ ਵਿੱਚ ਵੀ ਨਹੀਂ ਸੀ ਹੁੰਦੀ ਪਹਿਲੋਂ 24 ਘੰਟੇ। 24 ਘੰਟੇ ਦੀਆਂ ਪਿੰਡਾਂ 'ਚ ਲਾਈਨਾਂ ਵੱਖਰੀਆਂ ਖਿੱਚੀਆਂ, ਫਿਰ ਖੇਤਾਂ 'ਚ ਵੱਖਰੀਆਂ ਖਿੱਚੀਆਂ, ਟਰਾਂਸਮਿਸ਼ਨ ਸਿਸਟਮ ਵਧਾਇਆ, ਇੰਪਰੂਵਮੈਂਟ ਕੀਤੀ, ਬਿਜਲੀ ਸਰਪਲਸ ਕੀਤੀ। ਇਹ ਕੋਈ ਛੋਟੀ ਜਿਹੀ ਗੱਲ ਹੈ। ਇਸ ਕਰਕੇ ਆਪਾਂ ਹਰੇਕ ਗੱਲ ਬਾਰੇ ਹੋਰ ਹੀ ਬਾਤ ਦਾ ਬਤੰਗੜ ਜਿਹਾ ਬਣਾ ਲੈਂਦੇ ਹਾਂ। ਜੋ ਕੰਮ ਸਰਕਾਰਾਂ ਕਰ ਸਕਦੀਆਂ ਨੇ, ਸਭ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿਜ਼ਨ ਨੇ, ਜੋ ਪੰਜਾਬ ਦੀ ਡਿਵੈਲਪਮੈਂਟ ਕੀਤੀ, ਤਰੱਕੀ ਕੀਤੀ, ਲੋਕਾਂ ਨੂੰ ਸਹੂਲਤਾਂ ਦਿੱਤੀਆਂ, ਉਹ ਇਤਿਹਾਸਕ ਹੈ। ਇਹ ਫਿਰ ਹੁਣ ਪੰਜਾਬ ਦੇ ਲੋਕਾਂ ਨੂੰ ਤਰੱਕੀ ਨਹੀਂ ਪਚ ਰਹੀ ਸ਼੍ਰੋਮਣੀ ਅਕਾਲੀ ਦਲ ਦੀ, ਕਿ ਜਿੱਥੇ ਜਾ ਰਹੇ ਵਿਰੋਧ ਹੋ ਰਿਹਾ? ਨਹੀਂ, ਦੇਖੋ, ਇੱਕ ਮੈਂ ਬੇਨਤੀ ਕਰਾਂ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਪਾਰਟੀ ਨੇ ਲਗਾਤਾਰ 2 ਟਰਮਾਂ ਸਰਕਾਰ ਹੰਢਾਈ ਹੋਵੇ। ਲੋਕਾਂ ਨੇ ਲਗਾਤਾਰ 2 ਵਾਰ ਮੌਕਾ ਦਿੱਤਾ ਹੋਵੇ ਸਰਕਾਰ ਬਣਾਉਣ ਦਾ। 2007 'ਚ ਬਣੀ ਔਰ 2012 'ਚ ਅੱਗੇ ਨਾਲੋਂ ਵੱਧ ਕੇ ਸੀਟਾਂ ਆਈਆਂ। ਅਤੇ ਕਿਉਂਕਿ 10 ਸਾਲ ਦੀ ਸਰਕਾਰ ਨੂੰ ਹੋ ਗਏ ਸੀਗੇ, ਅਤੇ ਲੋਕਾਂ ਨੂੰ ਨਵੇਂ ਸਬਜ਼ ਬਾਗ ਵਿਖਾਏ ਗਏ ਸੀਗੇ, ਅਤੇ ਸਬਜ਼ ਬਾਗ ਵਿਖਾਉਣ ਕਰਕੇ ਜਿਹੜਾ ਆ ਲੋਕ ਝਾਂਸੇ 'ਚ ਆ ਗਏ ਕਿ ਇਹ ਤਾਂ ਜੋ ਕੁਛ ਇਹਨਾਂ ਦੇਣਾ ਸੀ ਸਾਨੂੰ ਦੇਤਾ, ਹੁਣ ਜੋ ਨਵਾਂ ਮਿਲਦਾ ਆ ਉਹ ਲੈ ਲਈਏ। ਉਹ ਲੈਂਦੇ ਅੱਜ ਪਛਤਾਉਣ ਡਏ ਆ। ਅੱਜ ਮੇਰੇ ਵਰਗੇ, ਤੁਹਾਡੇ ਵਰਗੇ, ਜਾਂ ਜਿਨ੍ਹਾਂ ਨੇ ਕਾਂਗਰਸ ਨੂੰ ਵੋਟ ਨਹੀਂ ਪਾਈ ਉਹੀ ਨਹੀਂ ਪਛਤਾਉਂਦੇ। ਜਿਨ੍ਹਾਂ ਨੇ ਕਾਂਗਰਸ ਨੂੰ ਵੋਟ ਪਾਈ ਆ ਉਹ ਵੀ ਪਛਤਾਉਂਦੇ ਆ, ਅਤੇ ਜਿਨ੍ਹਾਂ ਨੇ ਪਵਾਈਆਂ ਨੇ, ਜਿਨ੍ਹਾਂ ਵਿਚਾਰਿਆਂ ਨੇ ਮਿਹਨਤ ਕੀਤੀ ਸੀ, ਤਰੱਦਦ ਕੀਤਾ ਸੀਗਾ, ਜਾਨ ਹੂਲ ਕੇ ਸਰਕਾਰ ਬਣਾਈ ਸੀਗੀ, ਤਾਂ ਮੈਂ ਤਾਂ ਅੱਖੀਂ ਦੇਖਿਆ ਕਿ ਕਾਂਗਰਸੀ ਵਰਕਰਾਂ ਨੇ ਬੜੀ ਮਿਹਨਤ ਕੀਤੀ ਸੀ, ਬੜੇ ਕਰੰਟ ਦੇ ਨਾਲ ਲੜੇ ਸੀਗੇ, ਅਤੇ ਉਹ ਵੀ ਅੱਜ ਧਾਹਾਂ ਮਾਰ ਕੇ ਕਹਿੰਦੇ ਆ ਕਿ ਸਾਨੂੰ ਤਾਂ ਸਰਕਾਰ ਨਜ਼ਰ ਹੀ ਨਹੀਂ ਆਈ। ਅਤੇ ਆ ਜਿਹੜੇ ਹੁਣ ਡਰਾਮਾ ਕੀਤਾ ਜਾ ਰਿਹਾ, ਜਦੋਂ ਇਹ ਪਿੰਡਾਂ 'ਚ ਲੋਕ ਗਏ ਨੇ, ਅਤੇ ਜਦੋਂ ਕਾਂਗਰਸੀ ਆਗੂਆਂ ਨੇ, ਕਾਂਗਰਸੀ ਵਰਕਰਾਂ ਨੇ ਜਦੋਂ ਸੁਣਾਈਆਂ ਇਹਨਾਂ ਨੂੰ ਵੀ ਭਾਈ ਐਤਕੀ ਸਾਡੇ ਕੋਲ ਨਾ ਭਾਲਿਆ ਜੇ ਕੁਛ ਵੀ, ਸਾਨੂੰ ਤਾਂ ਸਰਕਾਰ ਨਜ਼ਰ ਆਈ ਨਹੀਂ ਗੀ, ਅਸੀਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਜਾਣਾ ਹੈ, ਅਤੇ ਤਾਂ ਦੇ ਡਰਾਮੇ ਨਾ ਕਰਨੇ ਸ਼ੁਰੂ ਕੀਤੇ ਆ। ਇਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਵਿਰੋਧ ਵਾਲੀ ਗੱਲ ਜਿਹੜੀ ਹੈ, ਵਿਰੋਧ ਤਾਂ ਦੇਖੋ ਫਿਰ ਜਿੱਥੋਂ ਤੱਕ ਅਸੀਂ ਸਾਰਾ ਕੁਝ ਸਪਸ਼ਟ ਕਰਤਾ ਕਿ ਇੱਕ ਗਿਣੀ ਮਿਥੀ ਸਾਜ਼ ਦੇ ਤਹਿਤ ਜਿਹੜੀਆਂ ਅਕਾਲੀ ਦਲ ਦੀਆਂ ਵਿਰੋਧੀ ਪਾਰਟੀਆਂ ਨੇ, ਉਹਨਾਂ ਵੱਲੋਂ ਇੱਕ ਏਜੰਡੇ ਦੇ ਤਹਿਤ ਇਹ ਆਪ ਟੀਮਾਂ ਤਿਆਰ ਕਰਕੇ ਜਿਹੜਾ ਆ ਇਹੋ ਜਿਹੇ ਡਰਾਮੇ ਕੀਤੇ ਜਾਂਦੇ, ਠੀਕ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਕਿ ਅਕਾਲੀ ਦਲ ਨੇ ਰੈਲੀਆਂ ਸ਼ੁਰੂ ਕੀਤੀਆਂ, ਭਰਵਾਂ ਹੰਗਾਰਾ ਮਿਲਿਆ। ਮੇਰੇ ਹਲਕੇ 'ਚ ਮੇਰਾ ਖਿਆਲ ਹੈ ਕਿ ਲਾਮਿਸਾਲ ਰੈਲੀ ਹੋਈ, ਅਤੇ ਸ਼ਾਇਦ ਉੱਡੀ ਪੰਜਾਬ 'ਚ ਨਾ ਕਿਸੇ ਦੀ ਹੋਈ ਹੋਵੇ ਅਤੇ ਨਾ ਕਿਸੇ ਦੀ ਹੋਊਗੀ। ਤੁਹਾਡੇ ਅਜਨਾਲੇ 'ਚ ਵੀ ਹੋਈ, ਇਸ ਤਰ੍ਹਾਂ ਹੋਰ ਹੀ ਥਾਈਂ ਵੀ ਹੋਈਆਂ। ਇੱਕ ਲਹਿਰ ਬਣਦੀ ਨਜ਼ਰ ਆ ਰਹੀ ਸੀ। ਉਹ ਲਹਿਰ ਤਾਂ ਰੋਕਣੀ ਹੁਣ ਮੁਸ਼ਕਿਲ ਹੈ, ਪਰ ਉਹਨੂੰ ਰੋਕਣ ਵਾਸਤੇ
ਇਹ ਜਿਹੜੇ ਕਦਮ ਨੇ ਸਾਰੇ ਚੁੱਕੇ ਜਾ ਰਹੇ। ਤੇ ਮੇਰੇ ਤੇ ਕਿਸਾਨ ਭਰਾਵਾਂ ਨੂੰ ਜੇ ਕੋਈ ਮੰਨ ਲਓ ਕਿ ਕੋਈ ਇਹ ਵੀ ਸਮਝਦੇ ਆ ਕਿ ਵੀ ਪਤਾ ਨਹੀਂ ਇਹ ਕੀ ਆ, ਕਈ ਸਾਰਿਆਂ ਨੂੰ ਇਹ ਬੇਨਤੀ ਆ ਕਿ ਮੋਰਚਾ ਲੱਗਾ ਸਿੰਘੂ ਬਾਰਡਰ ਤੇ ਜਾ ਕੇ ਚਲੋ ਹਰੇਕ ਨੇ ਆਪ ਦਾ ਹਿੱਸਾ ਪਾਇਆ, ਕਿਸੇ ਨੇ ਥੋੜ੍ਹਾ ਪਾਇਆ, ਕਿਸੇ ਨੇ ਜ਼ਿਆਦਾ ਪਾਇਆ, ਕਿਸੇ ਨੇ ਆਪਣੇ ਆਪ ਨੂੰ ਸਮਰਪਿਤ ਹੀ ਕੀਤਾ ਆ। ਤੇ ਜਿਹੜੇ ਵੀਰ ਇੱਥੇ ਝੰਡੇ ਚੱਕ ਕੇ ਤੁਰੇ ਫਿਰਦੇ ਆ ਉਹ ਸਿੰਘੂ ਬਾਰਡਰ ਤੇ ਜਾਣ। ਇੱਥੇ ਤਾਂ ਝੰਡੇ ਚੱਕਣ ਦਾ ਕੋਈ ਫਾਇਦਾ ਨਹੀਂ ਗਾ। ਬਿਲਕੁਲ ਵਲਟੋਆ ਸਾਹਿਬ, 2-3 ਸਵਾਲ ਹੋ ਰਿਹਾ। ਆਪਾਂ ਪੰਜਾਬ 'ਚ ਲੜਾਈ ਲੜ ਰਹੇ ਹਾਂ ਕਿ ਪੰਜਾਬ 'ਚ ਕਿਸ ਤਰ੍ਹਾਂ ਰਾਜ ਸੱਤਾ ਹਾਸਲ ਕਰਨੀ ਹੈ, ਤੇ ਕੇਂਦਰ ਜਿਹੜੀ ਆ ਉਹ ਅੱਧਾ ਹਿੱਸਾ ਜਿਹੜਾ ਪੰਜਾਬ ਦਾ ਉਹ ਕੱਟ ਕੇ ਸਿੱਧਾ ਹੀ ਕੇਂਦਰੀ ਹਥਿਆਰਬੰਦ ਫੋਰਸਾਂ ਨੂੰ ਦੇ ਰਹੀ ਆ। ਇਹਦੇ ਬਾਰੇ ਵੀ ਥੋੜ੍ਹਾ ਬਹੁਤਾ ਐਨਾਲਿਸਿਸ ਕੀਤਾ ਕਿ ਕੀ ਹੋ ਰਿਹਾ ਇਹ ਸਾਰਾ। ਸਭ ਤੋਂ ਪਹਿਲਾਂ ਆਵਾਜ਼ ਅਕਾਲੀ ਦਲ ਨੇ ਉਠਾਈ ਹੈ ਇਸ ਮਸਲੇ ਬਾਰੇ, ਔਰ ਅਕਾਲੀ ਦਲ ਨੇ ਜਾ ਕੇ ਗਵਰਨਰ ਹਾਊਸ ਦੇ ਸਾਹਮਣੇ ਧਰਨਾ ਦਿੱਤਾ, ਪ੍ਰੋਟੈਸਟ ਕੀਤਾ। ਔਰ ਇਹ ਜਿਹੜੇ ਹੁਕਮ ਹੋਏ ਨੇ ਅੱਧਾ ਪੰਜਾਬ ਜਿਹੜਾ BSF ਦੇ ਹਵਾਲੇ ਕਰ ਦਿੱਤਾ ਗਿਆ ਹੈ, ਔਰ ਬੜੀਆਂ ਵੱਡੀਆਂ ਤਾਕਤਾਂ ਦੇ ਕੇ BSF ਨੂੰ। BSF 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਬਾਰਡਰ ਤੋਂ ਲੈ ਕੇ ਜਿੱਥੇ ਮਰਜ਼ੀ ਜਾ ਕੇ ਰੇਡ ਕਰ ਸਕਦੀ ਆ, ਸਰਚ ਕਰ ਸਕਦੀ ਆ, ਜਾਇਜ਼ ਨਜਾਇਜ਼ ਤਰੀਕੇ ਦੇ ਨਾਲ ਮੀਮੋ ਤਿਆਰ ਕਰ ਸਕਦੀ ਆ, ਸੀਜ਼ਰ ਕਰ ਸਕਦੀ ਆ, ਹਾਂਜੀ, ਔਰ ਬੰਦੇ ਨੂੰ ਗ੍ਰਿਫਤਾਰ ਕਰ ਸਕਦੀ ਹੈ। ਤੇ ਔਰ ਇੱਥੋਂ ਤੱਕ ਵੀ ਪਤਾ ਲੱਗਾ ਆ ਕਿ ਉਹ ਹੁਣ FIR ਵੀ ਆਪ ਦੀ ਦਰਜ ਕਰਿਆ ਕਰਨਗੇ। ਤੇ ਜੇ ਉਹਨੂੰ CRPC ਦੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਜੇ BSF ਨੂੰ ਮਿਲ ਜਾਣਗੀਆਂ ਤੇ ਫਿਰ ਤਾਂ ਪੰਜਾਬ 'ਚ ਕਿਤੇ ਵੀ ਜਾ ਕੇ ਕਿਸੇ ਨਾਲ ਵੀ ਜੋ ਵੀ ਮਰਜ਼ੀ, ਜੋ ਸੈਂਟਰ ਚਾਹੁੰਦਾ ਆ ਜਾਂ ਕੇਂਦਰੀ ਏਜੰਸੀ ਚਾਹੁੰਦੀਆਂ ਨੇ ਪੰਜਾਬ ਨੂੰ ਪਰੇਸ਼ਾਨ ਕਰਨਾ ਆ ਜਾਂ ਪੰਜਾਬ ਦੇ ਜਿਹੜੀਆਂ ਆਵਾਜ਼ਾਂ ਉੱਠਦੀਆਂ ਨੇ ਉਹਨਾਂ ਨੂੰ ਦਬਾਉਣਾ ਆ, ਤੇ ਫਿਰ ਉਹ ਤਾਂ BSF ਦੀ ਵਰਤੋਂ ਕਰਨਗੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਮਾਝਾ ਸਾਰਾ ਮਾਝਾ ਔਰ ਜਿਹੜੇ ਚਾਰੇ ਡਿਸਟ੍ਰਿਕਟ ਨੇ ਮਾਝੇ ਦੇ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਤੇ ਨਾਲ ਹੀ 1/3 ਮਾਲਵਾ, ਇਹ ਸਮੁੱਚਾ ਜਿਹੜਾ ਆ ਇਹ BSF ਦੇ ਅਧੀਨ ਆ ਗਿਆ ਆ। ਤੇ ਸਾਡੀ ਤੇ ਇਹੀ ਹੈ ਕਿ ਜੇ ਮੰਨ ਲਓ ਕੋਈ ਨਜਾਇਜ਼ ਬੰਦਾ ਫੜਿਆ ਜਾਂਦਾ ਜਾਂ ਕਿਸੇ ਨਾਲ ਧੱਕੇਸ਼ਾਹੀ ਹੁੰਦੀ ਹੈ ਤੇ ਪਰੇ ਪੰਚਾਇਤ ਮਗਰ ਜਾਂਦੀ ਹੈ, ਕੋਈ ਸਰਪੰਚ ਨੂੰ ਫੜ ਲੈਂਦਾ, ਕੋਈ ਚੇਅਰਮੈਨ ਨੂੰ ਫੜ ਲੈਂਦਾ, ਕੋਈ ਪੰਚਾਇਤ ਨੂੰ ਲੈ ਜਾਂਦਾ, ਕੋਈ 4 ਪਿੰਡ ਦੇ ਸਿਰਕੱਢ ਬੰਦਿਆਂ ਨੂੰ ਲੈ ਜਾਂਦਾ, ਕੋਈ MLA ਨੂੰ ਮਿਲ ਲੈਂਦਾ ਆ। ਤੇ ਉਹ ਉਹਨਾਂ ਦੇ ਨਾਲ ਜਿਹੜਾ ਆ ਪੁਲਿਸ ਦਾ ਵੀ ਪਤਾ ਹੁੰਦਾ, ਪੁਲਿਸ ਨੂੰ ਜਾ ਕੇ ਕਹਿ ਘਵਾ ਕੇ ਬੰਦੇ ਦਾ ਛੁਟਕਾਰਾ ਹੋ ਜਾਂਦਾ ਆ। ਇੱਥੇ ਤਾਂ ਪਤਾ ਨਹੀਂ ਲੱਗਣਾ, ਜਾਇਜ਼ ਨੂੰ ਤਾਂ ਚੱਕਣਾ, ਨਜਾਇਜ਼ ਵੀ ਚੱਕ ਕੇ ਜਿਹਨੂੰ ਮਰਜ਼ੀ ਲੈ ਜਾਣਗੇ। ਤੇ ਪਹਿਲੀ ਤਾਂ ਗੱਲ ਪਤਾ ਨਹੀਂ ਲੱਗਣਾ ਤੇ ਨਾ ਕਿਹਦੀ ਉਹਨਾਂ ਸੁਣਨੀ ਹੈ। ਮਨਸ਼ਾ ਕੀ ਹੋਏਗੀ ਸਰਕਾਰ? ਨਹੀਂ, ਮਨਸ਼ਾ ਇਹੀ ਹੈ ਕਿ ਉਹ ਪੰਜਾਬ ਨੂੰ ਡਰਾਉਣਾ ਚਾਹੁੰਦੇ ਆ, ਪੰਜਾਬ ਨੂੰ ਦਬਾ ਕੇ ਰੱਖਣਾ ਚਾਹੁੰਦੇ ਆ, ਪੰਜਾਬ ਦੇ ਵਿੱਚੋਂ ਜਿਹੜੀ ਆਵਾਜ਼ ਉੱਠਦੀ ਹੈ ਉਹਨੂੰ ਰੋਕਣਾ ਚਾਹੁੰਦੇ ਨੇ। ਮਨਸ਼ਾ ਤਾਂ ਸਿੱਧੀ ਜਿਹੀ ਸਪਸ਼ਟ ਇਹੀ ਹੈ। ਤੇ ਔਰ ਸ਼੍ਰੋਮਣੀ ਅਕਾਲੀ ਦਲ ਨੇ ਦੇਖੋ, ਅਸੀਂ ਤਾਂ ਇੱਥੋਂ ਤੱਕ ਵੀ ਕਿਹਾ, ਬਿਕਰਮ ਸਿੰਘ ਮਜੀਠੀਆ ਜੀ ਨੇ ਵੀ, ਸੁਖਬੀਰ ਸਿੰਘ ਬਾਦਲ ਨੇ ਵੀ, ਕਿ ਅਸੀਂ ਇਹਨੂੰ ਬਹੁਤ ਸੀਰੀਅਸ ਲਿਆ ਆ। ਉਹਨਾਂ ਨੇ ਬੇਨਤੀ ਵੀ ਕੀਤੀ ਆ ਕਿ ਜਿਹੜੀ ਮੌਜੂਦਾ ਸਰਕਾਰ ਆ ਸਰਬ ਪਾਰਟੀ ਮੀਟਿੰਗ ਸੱਦੇ, ਉਹਦੇ 'ਚ ਜਿਹੜੀ ਆ ਇਸ ਮਸਲੇ ਬਾਰੇ ਸੀਰੀਅਸ ਹੋਵੇ। ਹੁਣ ਸਭ ਤੋਂ ਵੱਡੀ ਗੱਲ ਤਾਂ ਦੁੱਖ ਵਾਲੀ ਤਾਂ ਇਹੀ ਹੈ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਸਾਡੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਦੇ ਨੇ ਤੇ ਮਿਲ ਕੇ ਬਾਹਰ ਆਣ ਕੇ ਕਹਿੰਦੇ ਹੈ ਕਿ ਮੈਂ ਅਮਿਤ ਸ਼ਾਹ ਜੀ ਦੇ ਨਾਲ ਸਲਾਹ ਕਰਕੇ ਆਇਆ ਤੇ ਉਹਨਾਂ ਨੂੰ ਬੇਨਤੀ ਕਰਕੇ ਆਇਆ ਕਿ ਬਾਰਡਰ ਨੂੰ ਸਖਤੀ ਨਾਲ ਸੀਲ ਕੀਤਾ ਜਾਵੇ ਤਾਂ ਕਿ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਰੁਕਣੀ ਚਾਹੀਦੀ ਹੈ, ਇਹ 'ਚ ਕੋਈ ਦਰਾਮਾ ਨਹੀਂ। ਪਰ ਤੁਸੀਂ ਬਾਰਡਰ ਸੀਲ ਕਰਾਉਂਦੇ ਤੁਸੀਂ 50 ਕਿਲੋਮੀਟਰ ਦਾ ਰਕਬਾ ਹੀ ਦੇ ਆਏ। ਹੁਣ ਮੇਰੇ ਦੂਸਰੇ ਬੰਨੇ BSF ਨੂੰ ਜਿਹੜੀ ਕੇਂਦਰ ਸਰਕਾਰ ਨੇ ਹੁਕਮ ਕੀਤੇ ਹੈ, ਜਿਹੜੀ 0 ਲਾਈਨ ਹੈ ਤੇ ਕੰਡਿਆਲੀ ਤਾਰ ਹੈ, ਜਿੱਥੇ BSF ਤੈਨਾਤ ਹੈ, 8 ਪੈਰ ਉਹਨਾਂ ਦੇ ਗਾਰਡ ਲੱਗੇ ਰਹਿੰਦੇ ਆ, ਜਿਨ੍ਹਾਂ ਨੂੰ ਇਹ ਪ੍ਰਹਰੀ ਕਹਿ ਦਿੰਦੇ ਆ ਜਾਂ ਪਹਿਰੇਦਾਰ ਕਹਿ ਦਿੰਦੇ ਆ। ਉਹ ਜਿਹੜੇ ਜਿਨ੍ਹਾਂ ਦਾ ਕੰਮ ਹੀ ਹੈਗਾ ਕਿ ਜੇ ਕੋਈ ਮਾੜੀ ਭਾਵਨਾ ਦੇ ਨਾਲ ਕੋਈ ਤੁਰਿਆ ਫਿਰਦਾ ਜਾਂ ਉਹਨਾਂ ਨੂੰ ਇਹੋ ਜਿਹੀ ਕੋਈ ਸ਼ਰਾਰਤ ਨਜ਼ਰ ਆਉਂਦੀ ਹੈ ਉਹਦੇ 'ਤੇ ਨਜ਼ਰ ਰੱਖਣਾ। ਤੇ ਬਾਰਡਰ 'ਤੇ ਤੁਹਾਡੇ ਕੋਲ ਸਾਂਭਿਆ ਨਹੀਂ ਜਾਂਦਾ। ਜੇ ਨਸ਼ਾ ਲੰਘ ਕੇ ਆ ਰਿਹਾ ਆ ਜਾਂ ਕੋਈ ਹਥਿਆਰਾਂ ਦੀ ਸਮਗਲਿੰਗ ਹੋ ਰਹੀ ਹੈ ਜਾਂ ਡਰੋਨ ਲੰਘ ਰਹੇ ਨੇ, ਉਹ ਲੰਘ ਤੇ ਬਾਰਡਰ ਤੋਂ ਰਹੇ ਨੇ। ਤੁਸੀਂ ਕਹੋ ਕਿ ਬਾਰਡਰ ਤੋਂ ਤਾਂ ਸਾਡੇ ਕੋਲ ਫੜੇ ਨਹੀਂ ਜਾਂਦੇ, ਅਸੀਂ 50 ਕਿਲੋਮੀਟਰ ਦੂਰ ਜਾ ਕੇ ਫੜਾਂਗੇ। ਇੱਕ ਤਾਂ ਲੌਜਿਕ ਹੋਇਆ। ਤੁਸੀਂ ਬਾਰਡਰ 'ਤੇ ਆਪਦੀ ਸਮਰੱਥਾ ਵਧਾ ਦਿਓ, ਉੱਥੇ ਰਡਾਰ ਲਾ ਦਿਓ, ਉੱਥੇ ਜੈਮਰ ਲਾ ਦਿਓ, ਉੱਥੇ ਹੋਰ ਸਖਤੀ ਕਰ ਦਿਓ। ਤੁਸੀਂ ਮਤਲਬ ਇਹੋ ਜਿਹੇ ਜਿਹੜੇ ਨਾਈਟ ਵਿਜ਼ਨ ਵਾਲੇ ਜਿਹੜੇ ਆ ਉਹ ਯੰਤਰ ਜਿਹੜੇ ਆ ਉਹ ਪੈਦਾ ਕਰਕੇ ਜਿਹੜਾ ਆ ਉੱਥੇ ਕਾਰਵਾਈ ਕਰੋ। ਇਹ ਜਿਹੜਾ ਕੇਵਲ ਤੇ ਕੇਵਲ ਜਿਹੜੀ ਮਨਸ਼ਾ ਜਿਹੜੀ ਹੈ ਪੰਜਾਬ ਨੂੰ ਡਰਾਉਣ ਵਾਲੀ, ਧਮਕਾਉਣ ਵਾਲੀ, ਦਬਾਉਣ ਵਾਲੀ ਹੈ, ਉਹਦੇ ਤਹਿਤ
ਕੀਤਾ ਜਾ ਰਿਹਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਪਤਾ ਨਹੀਂ ਪੰਜਾਬ ਨੂੰ BSF ਦੇ ਹਵਾਲੇ, ਇਹ ਤੇ ਹੁਣ ਕੀਤਾ ਨਾ ਪੰਜਾਬ ਸਰਕਾਰ ਦੀ ਜਿਹੜੀ ਮਨਸ਼ਾ ਚੰਨੀ ਜੀ ਦੀ ਜਿਹੜੀ ਅਮਿਤ ਸ਼ਾਹ ਜੀ ਦੇ ਨਾਲ ਸਲਾਹ ਕਰਕੇ ਜੋ ਕੁਛ ਹੋਇਆ। ਸਾਲ ਪਹਿਲਾਂ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਜਿਹੜੀ ਵੱਡੇ ਆਫੀਸਰ ਨੇ ਉਹ ਸੁਪਰਡੈਂਟ ਲੈਵਲ ਦੇ, ਉਹ BSF ਦੇ ਅਧਿਕਾਰੀ ਹੈ। ਉਹ ਕਿਹਨੇ ਤੈਨਾਤ ਕੀਤੇ? ਉਹਦੇ ਸਰਕਾਰ ਨੇ ਤੈਨਾਤ ਕੀਤੇ ਨੇ ਨਾ। ਸਾਡੇ ਜਿਹੜੇ ਹੁਣ ਹੋਮ ਮਿਨਿਸਟਰ ਨੇ ਸੁਖੀ ਜੀ, ਇਹੀ ਸੁਖੀ ਰੰਧਾਵਾ ਜੀ, ਇਹੀ ਜੇਲ੍ਹ ਮੰਤਰੀ ਸੀਗੇ, ਇਹਨਾਂ ਨੇ ਤੈਨਾਤ ਕੀਤੇ ਹਨ। ਹੁਣ ਤੁਸੀਂ ਹੋਮ ਮਿਨਿਸਟਰ ਜਿਹੜਾ BSF ਨੂੰ ਪਾਵਰਾਂ ਦੇਣ ਦੀ ਕੋਸ਼ਿਸ਼ ਕਰਦਾ, ਪੰਜਾਬ ਦੇ ਅੰਦਰ ਤੈਨਾਤੀ ਕਰ ਰਿਹਾ ਹੈ, ਅਤੇ ਹੋਮ ਮਿਨਿਸਟਰ ਜਿਹੜਾ ਆ ਉਹ ਚੰਨੀ ਜੀ ਨੇ ਸਲਾਹ ਕਰਕੇ BSF ਦੇ ਹਵਾਲੇ ਪੰਜਾਬ ਨੂੰ ਅੱਧੇ ਨੂੰ ਕਰ ਰਿਹਾ। ਅਤੇ ਇਹਦੇ ਬਾਰੇ ਤੇ ਨੰਗੀ ਮੁੰਗੀ ਜੀ ਗੱਲ ਬਿਆਨਾਂ ਦੇ ਨਾਲ ਨਹੀਂ ਸਰਨਾ, ਇਹਦੇ ਬਾਰੇ ਕਾਰਵਾਈ ਕਰਨੀ ਪੈਣੀ ਹੈ। ਲੋਕਾਂ ਦੀ ਜਿਹੜੀ ਦੁਬਤਾ ਇਹਨੂੰ ਦੂਰ ਕਰੋ, ਅਸਲ ਸੱਚਾਈ ਕੀ ਹੈ? ਦੇਖੋ, ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇੱਕ ਮਤਲਬ ਜਿਹੜੀ ਗੱਲ ਕੀਤੀ ਜਾਂਦੀ ਰਹੀ ਹੈ ਕਿ ਇਹਦੀ ਅਕਾਲੀ ਦਲ ਦੇ ਨਾਲ ਸਾਂਝ ਹੈ। ਹੁਣ ਮੈਂ ਸਪਸ਼ਟ ਕਰਾਂ ਕਿ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ। ਇੰਨੀ ਕੁ ਸਾਂਝ ਹੈ ਕਿ ਉਹਨੇ ਸਮੁੱਚਾ ਅਕਾਲੀ ਦਲ ਫੜ ਕੇ ਜੇਲ੍ਹਾਂ 'ਚ ਸੁੱਟਤਾ ਸੀਗਾ। ਬਾਦਲ ਪਰਿਵਾਰ ਸਮੁੱਚੇ ਤੇ ਕੇਸ ਦਰਜ ਕੀਤੇ ਸੀ, ਇੱਥੋਂ ਤੱਕ ਕਿ ਬੀਬੀ ਸੁਰਿੰਦਰ ਕੌਰ ਬਾਦਲ ਤੇ ਵੀ ਕੇਸ ਦਰਜ ਕੀਤਾ ਸੀਗਾ। ਹੁਣ ਆ ਜੀ 2017 ਵਾਲੀ ਸਰਕਾਰ ਤੇ 2017 ਵਾਲੀ ਸਰਕਾਰ 'ਚ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਕਸਰ ਨਹੀਂ ਛੱਡੀ ਕਿ ਮੈਂ ਕਿਸੇ ਤਰੀਕੇ ਦੇ ਨਾਲ ਕੋਈ ਬਹਾਨਾ ਬਣਾ ਕੇ ਮੈਂ ਬਾਦਲ ਪਰਿਵਾਰ ਨੂੰ ਜਾਂ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਮੈਂ ਟਾਰਗੇਟ ਕਰ ਲਵਾਂ। ਜੇ ਕੁੰਵਰ ਵਿਜੇ ਪ੍ਰਤਾਪ ਵਰਗਿਆਂ ਨੂੰ ਸ਼ਕਤੀਆਂ ਦੇ ਛੱਡੀਆਂ, ਕੁੰਵਰ ਵਿਜੇ ਪ੍ਰਤਾਪ ਵਰਗੇ ਨਾਲ ਬਹਿ ਕੇ ਮੀਟਿੰਗਾਂ ਕਰ ਕਰਕੇ ਜਿਹੜੀ ਉਹ ਰਿਪੋਰਟ ਤਿਆਰ ਕੀਤੀ ਗਈ, ਘੜੀ ਗਈ, ਜੋ ਹਾਈ ਕੋਰਟ ਖਾਰਜ ਨਾ ਕਰਦਾ ਤੇ ਫਿਰ ਫੁੱਲਾਂ ਦੇ ਹਾਰ ਪਾਉਣੇ ਸੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਨੂੰ। ਉਹ ਤਾਂ ਕੁਦਰਤੀ ਪਤਾ ਨਹੀਂ ਬਹਾਨਾ ਬਣਿਆ। ਉਹ ਪਾਰਟੀ ਜਿਹੜੀ ਆ ਹਾਈ ਕੋਰਟ 'ਚ ਚਲੇ ਗਈ। ਹਾਈ ਕੋਰਟ ਨੇ ਜਦੋਂ ਸਾਰਾ ਕੁਝ ਵੇਖਿਆ, ਇਹਦਾ ਰਿਪੋਰਟ ਹੀ ਇਵੇਂ ਸਾਰੀ ਸ਼ਰਾਰਤ ਹੈ ਅਤੇ ਸਾਰੀ ਰਾਜਨੀਤੀ ਦੇ ਨਾਲ ਭਰੀ ਪਈ ਹੈ, ਇਵੇਂ ਮਤਲਬ ਮਨੋਹਰ ਕਹਾਣੀਆਂ ਬਣਾਈਆਂ ਹੋਈਆਂ ਨੇ, ਅਤੇ ਉਹਨਾਂ ਨੇ ਫਿਰ ਉਹ ਖਾਰਜ ਕਰਤੀ। ਜੇ ਖਾਰਜ ਨਾ ਹੁੰਦੀ ਤਾਂ ਸ਼ਰਾਰਤ ਕਿਹਦੀ ਸੀਗੀ, ਕਿਹਦੀ ਮਨਸ਼ਾ ਸੀਗੀ ਅਕਾਲੀ ਲੀਡਰਸ਼ਿਪ ਨੂੰ ਟਾਰਗੇਟ ਕਰਨ ਦੀ? ਕੈਪਟਨ ਅਮਰਿੰਦਰ ਸਿੰਘ ਦੀ ਸੀ ਨਾ। ਭਾਵੇਂ ਉਹਦੇ ਵਿੱਚ ਨਵਜੋਤ ਸਿੱਧੂ ਵੀ ਸੀ, ਸੁਖੀ ਰੰਧਾਵਾ ਸੀ, ਸੁਨੀਲ ਜਾਖੜ ਵੀ ਸੀ, ਕੇਜਰੀਵਾਲ ਵੀ ਸੀ, ਕਿਉਂਕਿ ਕੇਜਰੀਵਾਲ ਦੀ ਜਿਹੜੀ ਹੈ ਕੁੰਵਰ ਵਿਜੇ ਪ੍ਰਤਾਪ ਭਾਵੇਂ ਵਰਤ ਕਾਂਗਰਸ ਰਹੀ ਨਹੀਂ ਸੀ, ਸਾਂਝ ਉਹਦੀ ਜਿਹੜੀ ਕੇਜਰੀਵਾਲ ਦੇ ਨਾਲ ਸੀਗੀ। ਇਸ ਕਰਕੇ ਇਹਨਾਂ ਸਾਰਿਆਂ ਦੀ ਸਾਂਝਾਂ ਤੇ ਇਹਨਾਂ ਦੀਆਂ ਨੇ। ਹੁਣ ਤੁਸੀਂ ਦੱਸੋ ਕਿ 20 MLA ਨੇ ਆਮ ਆਦਮੀ ਪਾਰਟੀ ਦੇ, ਕਿੰਨੇ ਨੇ ਕਾਂਗਰਸ ਜੁਆਇਨ ਕੀਤੀ ਹੈ? 2 ਪਹਿਲੋਂ ਕਰਕੇ ਨਾਜਰ ਸਿੰਘ ਮਾਨਸ਼ਾਹੀਆ ਅਤੇ ਉਹ ਅਮਰਜੀਤ ਸੰਦੋਆ, ਕੀ ਦੋਵੇਂ ਕੱਢੇ? ਸਪੀਕਰ ਕੋਲ ਗਿਆ ਨਾ, ਕੇਸ ਗਿਆ ਨਾ, ਸਪੀਕਰ ਕੋਲ ਕੇਸ ਗਿਆ, ਤਾਂ ਸਪੀਕਰ ਨੇ ਹੁਣ ਤੱਕ ਕੱਢਿਆ ਕਿਉਂ ਨਹੀਂ? ਬਲਦੇਵ ਸਿੰਘ ਮਾਸਟਰ ਤੇ ਸੁਖਪਾਲ ਸਿੰਘ ਖਹਿਰਾ ਨੇ ਨਵੀਂ ਪਾਰਟੀ ਬਣਾ ਕੇ ਉਹਦੇ ਤੇ ਚੋਣਾਂ ਲੜ ਲਈਆਂ। ਉਹ ਅੱਜ ਵੀ MLA ਬਣ ਕੇ ਬੈਠੇ ਹੈ। ਉਹਨਾਂ ਦੀ MLAਸ਼ਿਪ ਰੱਦ ਕਿਉਂ ਨਹੀਂ ਕੀਤੀ ਸਪੀਕਰ ਨੇ? ਉਹਨਾਂ ਦੀ ਮਾਨਤਾ ਕਿਉਂ ਨਹੀਂ ਰੱਦ ਕੀਤੀ ਸਪੀਕਰ ਨੇ? ਤੇ ਜੇ ਬਚੇ ਆ ਤੇ ਉਹ ਕਾਂਗਰਸ ਕਰਕੇ, ਕੈਪਟਨ ਅਮਰਿੰਦਰ ਸਿੰਘ ਕਰਕੇ, ਜੇ ਰਾਣਾ KP ਜਿਹੜੇ ਸਪੀਕਰ ਨੇ ਕਾਂਗਰਸ ਦੇ, ਹਾਂਜੀ ਵਿਧਾਨ ਸਭਾ ਦੇ, ਉਹਨਾਂ ਕਰਕੇ ਬਚੇ ਹਨ। ਅਤੇ ਬਾਕੀ ਜਿਹੜੇ ਆ ਕੰਵਰ ਸਿੰਘ ਸੰਧੂ ਵਰਗੇ ਆ, ਕਮਾਲੂ ਵਰਗੇ ਆ, ਇੱਕੋ ਪਤਾ ਨਹੀਂ ਕੀ ਦੂਜਾ ਮੁੰਡਾ ਜਿਹੜਾ ਖਾਲਸਾ ਕੀ ਲਾਉਂਦਾ ਆ ਜਿਹੜਾ MLA ਆ, ਹਾਂਜੀ, ਇੱਕ ਜਿਹੜਾ ਜੱਗਾ ਰਾਏਕੋਟ ਵਾਲਾ ਆ, ਇਹ ਪਤਾ ਨਹੀਂ 9 ਜਣੇ ਆ। 9 ਜਣੇ ਜਿਹੜੇ ਆ ਪਾਰਟੀ ਨੂੰ ਛੱਡ ਕੇ ਪਾਸੇ ਚੱਲ ਗਏ, ਨਵੀਂ ਪਾਰਟੀ ਬਣਾ ਲਈ, ਅਤੇ ਉਹਨਾਂ ਦੇ ਵਿਰੁੱਧ ਸਪੀਕਰ ਕੋਲ ਕੇਸ ਪਿਆ ਆ, ਤੇ ਸਪੀਕਰ ਕਾਰਵਾਈ ਨਹੀਂ ਕਰਦਾ। ਤੇ ਆਮ ਆਦਮੀ ਪਾਰਟੀ ਗੱਲ ਹੈ ਕਹਿੰਦੇ ਵੀ ਅਕਾਲੀ ਦਲ ਜਿਹੜਾ ਅਕਾਲੀ ਦਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਰਲਿਆ ਸੀ, ਤੇ ਰਲੇ ਤਾਂ ਤੁਸੀਂ ਜੇ ਤੁਹਾਡੇ ਉਹਨਾਂ 'ਤੇ ਕਾਰਵਾਈ ਹੋ ਜਾਂਦੀ ਹੈ ਤੇ ਤੁਸੀਂ ਵਿਰੋਧੀ ਧਿਰ ਦੇ ਆਗੂ ਹੀ ਨਹੀਂ ਰਹਿੰਦੇ। ਵਿਰੋਧੀ ਧਿਰ ਫਿਰ ਅਕਾਲੀ ਦਲ ਬਣਦੀ ਹੈ। ਹਾਂਜੀ, ਉਹ ਵਿਰੋਧੀ ਧਿਰ ਨੂੰ ਬਣਾਈ ਰੱਖਣ ਵਾਸਤੇ ਤੇ ਉਹਨਾਂ ਨਾਲ ਸਾਂਝ ਬਣਾਈ ਰੱਖਣ ਵਾਸਤੇ, ਉਹਨਾਂ ਨਾਲ ਯਾਰੀ ਪਕਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਆਮ ਆਦਮੀ ਪਾਰਟੀ ਨੇ ਕਰਨ ਦਿੱਤੀ। ਆਹ ਆ ਸੱਚਾਈ। ਸੋ ਇੱਕ ਹੋਰ ਗੱਲ ਆ ਕਿ 2 ਕੀ ਸਵਾਲ ਨੇ। ਲੋਕ ਕਹਿੰਦੇ ਨੇ ਕਿ ਬਰਗਾੜੀ ਵਿਖੇ 2015 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਸ਼ੁਰੂ ਹੋਈਆਂ ਤੇ ਅੱਜ ਸਿੰਘੂ ਬਾਰਡਰ ਤੇ ਪਹੁੰਚ ਗਈਆਂ ਨੇ। ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਪਿੱਛੇ ਹੱਥ ਹੈ। ਕੀ ਕਾਰਨ ਹੈ ਜਿਹੜੀ ਨਵੀਂ ਘਟਨਾ ਵਾਪਰੀ ਹੈ ਉਹਨੂੰ ਕਿਵੇਂ ਤੁਸੀਂ ਵੇਖਿਆ? ਜਿਹੜੀਆਂ ਪਿੱਛੇ ਘਟਨਾਵਾਂ ਵਾਪਰੀਆਂ ਉਹਨੂੰ ਕਿਵੇਂ ਵੇਖਿਆ? ਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੀ ਕਿਉਂ ਵਾਪਰਦੀਆਂ? ਇਹਦੇ ਬਾਰੇ ਕੋਈ ਐਨਾਲਿਸਿਸ ਕੀਤਾ ਜੀ? ਦੇਖੋ, ਜਿੱਥੋਂ ਤੱਕ 2015 ਦੀਆਂ ਮੰਦਭਾਗੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਗੱਲ ਹੈ, ਬੜੀਆਂ ਦੁੱਖ ਦੇਣ ਵਾਲੀਆਂ ਨੇ। ਹਰੇਕ ਨੂੰ ਦੁੱਖ ਦਿੱਤਾ ਉਹਨਾਂ ਨੇ ਔਰ ਹਰੇਕ ਦੁਖੀ ਹੋਇਆ। ਤੇ ਹੋ ਸਕਦਾ ਕਿ ਅਸੀਂ ਉਹਨਾਂ ਤੋਂ ਵੱਧ ਦੁਖੀ ਹੋਈਏ ਕਿ ਸਾਡੀ ਸਰਕਾਰ ਸਮੇਂ ਵਾਪਰੀਆਂ ਸੀਗੀਆਂ। ਪਰ ਅਸੀਂ ਉਸ ਸਮੇਂ ਵੀ ਕਹਿੰਦੇ ਸੀਗੇ
ਕਿ ਇਹ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ, ਇਹਨਾਂ ਪਿੱਛੇ ਜਾਂ ਤੇ ਦੇਸ਼ ਵਿਰੋਧੀ ਸ਼ਕਤੀ ਹੋ ਸਕਦੀ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਡਿਸਟਰਬੈਂਸ ਪੈਦਾ ਕਰਕੇ, ਭੜਕਾਹਟ ਪੈਦਾ ਕਰਕੇ ਤੇ ਹਿੰਦੁਸਤਾਨ ਨੂੰ ਜਾਂ ਦੇਸ਼ ਨੂੰ ਜਿਹੜਾ ਆ ਮਤਲਬ ਅਜਿਹੇ ਹਾਲਾਤ ਪੈਦਾ ਕਰਨਾ ਚਾਹੁੰਦੀਆਂ, ਤੇ ਜਾਂ ਕੋਈ ਪੰਜਾਬ ਵਿਰੋਧੀ ਸ਼ਕਤੀ ਹੋ ਸਕਦੀ ਹੈ ਕਿ ਜਿਹੜੀ ਪੰਜਾਬ ਦੇ ਅੰਦਰ ਜਿਹੜੀ ਕੋਈ ਭਾਈਚਾਰਕ ਸਾਂਝ ਹੈ ਉਹਨੂੰ ਅੱਗ ਲਾਉਣਾ ਚਾਹੁੰਦੀ ਹੈ, ਤੇ ਜਾਂ ਜਿਹੜੀ ਆ ਸਿੱਖ ਵਿਰੋਧੀ ਸ਼ਕਤੀ ਹੋ ਸਕਦੀ ਹੈ, ਜਿਹੜੇ ਇਹੋ ਜਿਹੇ ਲੋਕ ਜਿਹੜੇ ਸਿੱਖਾਂ ਨਾਲ ਨਫ਼ਰਤ ਕਰਦੇ ਹੈ ਜਾਂ ਸਿੱਖਾਂ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਹੈ, ਕੋਈ ਅਜਿਹੀ ਜਿਹੜੀ ਹੈ ਸਿੱਖ ਵਿਰੋਧੀ ਸ਼ਕਤੀ ਹੋ ਸਕਦੀ। ਤੇ ਚੌਥੀ ਜਿਹੜੀ ਗੱਲ ਸੀ, ਅਸੀਂ ਉਸ ਸਮੇਂ ਵੀ ਕਿਹਾ ਸੀਗਾ ਕਿ ਇਹਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਰਾਜਨੀਤੀ ਦੇ ਤੌਰ 'ਤੇ ਵਿਰੋਧ ਕਰਨ ਵਾਲੀਆਂ ਸ਼ਕਤੀਆਂ ਵੀ ਹੋ ਸਕਦੀਆਂ ਨੇ, ਰਾਜਨੀਤਿਕ ਸ਼ਕਤੀਆਂ ਵੀ ਹੋ ਸਕਦੀਆਂ ਨੇ ਜਿਹੜੀਆਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਸੀਗੀ ਤੇ ਸ਼੍ਰੋਮਣੀ ਅਕਾਲੀ ਦਲ ਤੀਜੀ ਵਾਰਾਂ ਲਗਾਤਾਰ ਸਰਕਾਰ ਬਣਾਉਣ ਦੇ ਇਹ ਸਮਰੱਥ ਸੀਗਾ, ਤੇ ਉਹਨੂੰ ਜਿਹੜਾ ਆ ਘੇਰਨ ਵਾਸਤੇ ਜਿਹੜਾ ਆ ਰਾਜਨੀਤਿਕ ਤੌਰ 'ਤੇ ਵੀ ਸ਼ਰਾਰਤ ਹੋ ਸਕਦੀ ਹੈ। ਸਾਨੂੰ ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਵੀ ਜਿਹੜਾ ਆ ਇਹਦੀ ਤਹਿ ਤੱਕ ਜਾਇਆ ਜਾਵੇ, ਪਰ ਉਸ ਸਮੇਂ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਇੱਥੋਂ ਤੱਕ ਕਿ ਕਦੀ ਗਵਰਨਰ ਨੂੰ ਮਿਲਦੇ ਆ, ਕਦੀ ਰਾਸ਼ਟਰਪਤੀ ਨੂੰ ਮਿਲਦੇ ਆ, ਕਦੀ ਜਿਹੜੀਆਂ ਉਸ ਸਮੇਂ ਸਿੱਖ ਜਥੇਬੰਦੀਆਂ ਸੀ ਉਹ ਵੀ ਕਿੰਤੂ ਪਰੰਤੂ ਕਰਦੀਆਂ ਸੀਗੇ, ਜਿਹੜੇ ਸਾਨੂੰ ਪੰਜਾਬ ਪੁਲਿਸ 'ਤੇ ਵਿਸ਼ਵਾਸ ਨਹੀਂ, ਇਹ ਜਿਹੜੀ ਜਾਂਚ ਹੈ CBI ਨੂੰ ਦੇ ਦਿੱਤੀ ਜਾਵੇ। ਉਹ ਜਾਂਚ ਜਿਹੜੀ ਹੈ 10-15 ਦਿਨਾਂ ਦੇ ਵਿੱਚ ਜਿਹੜੀ ਹੈ, ਮੇਰਾ ਖਿਆਲ ਉਹ CBI ਦੇ ਹਵਾਲੇ ਕਰਵਾ ਦਿੱਤੀ ਗਈ। ਉਹ CBI ਕੋਲ ਰਹੀ, ਤੇ ਇਸ ਕਰਕੇ ਸਾਨੂੰ ਤਾਂ ਮੌਕਾ ਹੀ ਨਹੀਂ ਦਿੱਤਾ, ਸਾਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਵੀ ਅਸੀਂ ਇਨਵੈਸਟੀਗੇਸ਼ਨ ਕਰ ਸਕਦੇ ਜਾਂ ਕਿਸੇ ਤਰ੍ਹਾਂ ਦਾ ਕੁਛ ਕਰ ਸਕਦੇ। ਤੇ ਇਸ ਕਰਕੇ ਜਿਹੜਾ ਆ ਜਿਹੜੇ ਦਾਅਵਾ ਕਰਦੇ ਸੀ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕੈਪਟਨ ਅਮਰਿੰਦਰ ਸਿੰਘ ਵਰਗੇ ਜਾਂ ਹੋਰ ਜਿਹੜੇ ਲੋਕ ਸੀ ਕਿ ਸਾਨੂੰ ਪਤਾ ਹੈ ਕਿ ਕਿੰਨੇ ਬੇਅਦਬੀ ਕੀਤੀ ਹੈ, ਸਰਕਾਰ ਬਣਦਿਆਂ ਹੀ ਗ੍ਰਿਫਤਾਰ ਕਰਾਂਗੇ। ਹੁਣ ਤਾਂ ਪੌਣੇ 5 ਸਾਲ ਹੋ ਗਏ। ਹਾਂਜੀ, ਕੈਪਟਨ ਸਾਹਿਬ ਪਾਸੇ ਹੋ ਗਏ, ਬਾਕੀ ਤਾਂ ਹੈਗੇ ਨਾ ਫਿਲੇ। ਮੈਂ ਸਿੱਧੂ ਸਾਹਿਬ ਦਾ ਜ਼ਿਕਰ ਪਤਾ ਕਿਉਂ ਨਹੀਂ ਤੁਹਾਡੇ ਨਾਲ ਕੀਤਾ, ਤੁਸੀਂ ਇੱਕ ਵਾਰੀ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਆਪ ਸਪਸ਼ਟ ਨਹੀਂ ਹੈਗੇ, ਉਹ ਉਲਝਣ 'ਚ ਫਸੇ ਹੋਏ, ਇਸ ਕਰਕੇ ਮੈਂ ਸੋਚਿਆ ਕਿ ਉਹਨਾਂ ਕੋਲ ਤਾਂ ਆਪ ਕੋਈ ਪਾਵਰ ਨਹੀਂ ਹੈਗੀ, ਉਹਨਾਂ ਦਾ ਜ਼ਿਕਰ ਵੀ ਕੀ ਕਰਨਾ। ਹੁਣ ਆਖਰੀ ਸਵਾਲ ਹੈ ਕਿ ਖੇਤੀ 3 ਕਾਲੇ ਕਾਨੂੰਨ ਹੈ, ਬੇਸ਼ੱਕ ਕਿਸੇ ਟਾਈਮ 'ਤੇ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮਾਇਤ ਕੀਤੀ, ਬਾਅਦ ਵਿੱਚ ਕਿਸਾਨਾਂ ਦਾ ਰੋਹ ਵੇਖ ਕੇ ਜਿਹੜਾ ਆ ਉਹ ਬੈਕ 'ਤੇ ਆ ਗਏ। ਹੁਣ ਇਹਨਾਂ 3 ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਹੋਣ ਦੀ ਤਾਂ ਕੋਈ ਲੱਗਦਾ ਨਹੀਂ ਹੈ ਸਰਕਾਰ ਦਾ ਰਵੱਈਆ, ਕੇਂਦਰ ਦਾ, ਕਿ ਉਹ ਰੱਦ ਕਰੇ। ਸ਼੍ਰੋਮਣੀ ਅਕਾਲੀ ਦਲ ਉੱਭਰ ਆਏਗੀ, ਜਿੰਨੇ ਇਲਜ਼ਾਮ ਲੱਗੇ ਸੀ ਇਹਨਾਂ ਖੇਤੀ ਕਾਲੇ ਕਾਨੂੰਨਾਂ ਨੂੰ ਲੈ ਕੇ ਵੀ, ਜਾਂ ਆਪਾਂ ਬੇਅਦਬੀ ਦੀ ਗੱਲ ਤਾਂ ਕਰ ਹੀ ਚੁੱਕੇ ਹਾਂ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਬੜਾ ਪੁਰਾਣਾ ਸੀ, 9 ਮਾਸ ਦਾ ਰਿਸ਼ਤਾ ਵੀ ਕਿਹਾ ਗਿਆ। ਚਲੋ ਕੇਂਦਰ ਦੇ ਵਿੱਚ ਸਰਕਾਰ ਸੀ, ਅਸੀਂ ਉਸ ਗੱਠਜੋੜ ਦਾ ਹਿੱਸਾ ਸੀ। ਪਹਿਲੋਂ ਜਿਹੜੇ ਆ ਆਰਡੀਨੈਂਸ ਆਉਂਦੇ ਆ, ਆਰਡੀਨੈਂਸਾਂ ਦੇ ਉੱਤੇ ਸਵਾਲ ਉੱਠਦਾ ਕਿ MSP ਖਤਮ ਹੋ ਜਾਊਗੀ, ਇਹਦੇ ਨਾਲ ਖਰੀਦ ਖਤਮ ਹੋ ਜਾਊਗੀ, ਇਹੀ ਸਵਾਲ ਉੱਠਦੇ, ਬਾਕੀ ਤਾਂ ਗੱਲਾਂ ਉਦੋਂ ਉੱਠਦੀਆਂ ਹੀ। ਤੇ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਨਾ MSP ਖਤਮ ਹੋਊਗੀ ਤੇ ਨਾ ਖਰੀਦ ਖਤਮ ਹੋਊਗੀ, ਕਿਉਂਕਿ ਕੇਂਦਰ ਸਰਕਾਰ ਨੇ ਜਾਂ ਖੇਤੀਬਾੜੀ ਮੰਤਰੀ ਨੇ ਸਪਸ਼ਟ ਕਰਤਾ ਸੀਗਾ ਵੀ ਇਹਦੇ ਨਾਲ ਕੋਈ MSP ਖਤਮ ਨਹੀਂ ਹੋਊਗੀ ਤੇ ਕੋਈ ਖਰੀਦ 'ਤੇ ਅਸਰ ਨਹੀਂ ਪਊਗਾ, ਉਹ ਉਸੇ ਤਰ੍ਹਾਂ ਜਾਰੀ ਰਹਿਣਗੇ। ਗੱਲ ਜਿਹੜੀ ਹੈ, ਫਿਰ ਅਸੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਬਹਿ ਕੇ ਮੀਟਿੰਗਾਂ ਕੀਤੀਆਂ, ਕਿਸਾਨੀ ਮਾਹਰਾਂ ਦੇ ਨਾਲ ਕੀਤੀਆਂ, ਕਾਨੂੰਨੀ ਮਾਹਰਾਂ ਦੇ ਨਾਲ ਕੀਤੀਆਂ, ਔਰ ਕਿਸਾਨਾਂ ਨੇ ਜਿਹੜੇ ਆਪਣੇ ਖਦਸ਼ੇ ਸੀ, ਜਿਹੜੇ ਸ਼ੰਕੇ ਸੀ, ਜਾਂ ਜਿਹੜੀਆਂ ਪ੍ਰਾਈਵੇਟ ਮੰਡੀਆਂ ਵਾਲੀ ਗੱਲ ਕਰ ਲਈਏ, ਜਾਂ ਕੰਟਰੈਕਟ ਫਾਰਮਿੰਗ ਦੇ ਬਾਰੇ ਸੀਗੀ, ਜਾਂ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜੀਆਂ ਖੁੱਲ੍ਹੀ ਛੋਟ ਦੇ ਦਿੱਤੀ ਗਈ ਸੀਗੀ ਸੋਧ ਬਿੱਲ ਕਰਕੇ, ਉਹ ਜਿਹੜੀਆਂ ਆਪਦੇ ਸ਼ੰਕੇ ਉਹਨਾਂ ਨੇ ਦਿੱਤੇ ਸੀ, ਉਹ ਅਸੀਂ ਕੇਂਦਰ ਸਰਕਾਰ ਕੋਲੇ ਪਹੁੰਚਾਏ। ਸ਼ੁਰੂ 'ਚ ਅਸੀਂ ਇਸ ਕਰਕੇ ਕਹਿੰਦੇ ਰਹੇ ਵੀ ਇਹਦੇ ਨਾਲ ਜਿਹੜਾ ਆ ਕੇਂਦਰ ਸਰਕਾਰ ਵੱਲੋਂ ਇਹ ਕਿਹਾ ਗਿਆ ਆ ਵੀ ਕੋਈ MSP ਖਤਮ ਨਹੀਂ ਹੋਊਗੀ, ਕੋਈ ਸਰਕਾਰੀ ਖਰੀਦ ਨਹੀਂ ਖਤਮ ਹੋਊਗੀ। ਤੇ ਜਿਹੜੀ ਅਗਲੀ ਗੱਲ ਜਿਹੜੀ ਆਉਂਦੀ ਆ, ਅਸੀਂ ਆਪਦੇ ਜਿਹੜੇ ਸ਼ੰਕੇ ਕਿਸਾਨਾਂ ਦੇ ਸੀ ਉਹ ਪਹੁੰਚਾਉਂਦੇ ਰਹੇ ਵੀ ਇਹ ਹੁਣ ਤੇ ਇਹ ਆਰਡੀਨੈਂਸ ਹੈ, ਜਦੋਂ ਇਹ ਕਾਨੂੰਨ ਦਾ ਰੂਪ ਧਾਰਨਾ ਹੈ, ਪਾਰਲੀਮੈਂਟ 'ਚ ਜਾਣੇ ਆ, ਬਿੱਲ ਤੇ ਉੱਥੇ ਬਣਨਾ ਹੈ, ਉੱਥੇ ਪਾਸ ਹੋਣਾ ਹੈ, ਉੱਥੇ ਕਾਨੂੰਨ ਬਣਨਾ ਹੈ, ਉੱਥੇ ਜਿਹੜਾ ਆ ਕਿਸਾਨਾਂ ਦੇ ਖਦਸ਼ੇ ਦੂਰ ਕਰਕੇ, ਸ਼ੰਕੇ ਦੂਰ ਕਰਕੇ, ਸੋਧਾਂ ਕਰਕੇ ਫਿਰ ਜਿਹੜੇ ਆ ਇਹ ਬਿੱਲ ਜਿਹੜੇ ਆ ਪਾਰਲੀਮੈਂਟ 'ਚ ਲਿਆਂਦੇ ਜਾਣ। ਸਾਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇਹ ਜਿਹੜੀਆਂ ਸੋਧਾਂ ਆ ਉਹ ਕਰ ਲਈਆਂ ਜਾਣਗੀਆਂ, ਸ਼ੰਕੇ ਦੂਰ ਕਰ ਦਿੱਤੇ ਜਾਣਗੇ। ਔਰ ਇੱਥੋਂ ਤੱਕ ਕਿ ਜਦੋਂ ਪਾਰਲੀਮੈਂਟ 'ਚ ਬਿੱਲ ਆਉਣ ਲੱਗਾ ਆ ਤਾਂ ਸਾਨੂੰ ਪਤਾ ਲੱਗਾ ਵੀ ਹੂ ਬਹੂ ਲਿਆ ਰਹੇ ਆ।
ਉਸ ਸਮੇਂ ਵੀ ਸਰ ਸੁਖਬੀਰ ਸਿੰਘ ਬਾਦਲ ਨੇ ਭੱਜ ਨੱਠ ਕੀਤੀ, ਅਕਾਲੀ ਲੀਡਰਸ਼ਿਪ ਨੂੰ ਲੈ ਕੇ ਕੀਤੀ, ਬੀਬਾ ਹਰਸਿਮਰਤ ਕੌਰ ਬਾਦਲ ਨੇ ਕੀਤੀ ਕਿ ਤੁਸੀਂ ਉਹ ਜਿਹੜੇ ਆਰਡੀਨੈਂਸ ਆ ਉਹੀ ਬਿੱਲ ਦੇ ਰੂਪ 'ਚ ਲਿਆ ਰਹੇ ਜੇ, ਇਹ ਗੱਲ ਪ੍ਰਵਾਨ ਨਹੀਂ ਹੋਣੀ, ਇਹ ਜਿਹੜੇ ਆ ਇਹਨਾਂ ਦੇ ਸੋਧਾਂ ਕਰਕੇ ਫਿਰ ਪਾਰਲੀਮੈਂਟ 'ਚ ਲਿਆਂਦਾ ਜਾਵੇ। ਉਹਨਾਂ ਕਿਹਾ ਜੀ ਅਸੀਂ ਕਰਦੇ ਹਾਂ ਜੀ, ਕਰਕੇ ਹੀ ਲਿਆਵਾਂਗੇ। ਤੇ ਫਿਰ ਜਦੋਂ ਇਹ ਪਤਾ ਲੱਗ ਗਿਆ ਵੀ ਸਵੇਰ ਤੇ ਬਿੱਲ ਆ ਰਿਹਾ, ਸਵੇਰ ਤੇ ਟੇਬਲ ਹੋ ਰਿਹਾ, ਫਿਰ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਤੇ ਹੋਰ ਲੀਡਰਸ਼ਿਪ ਸਮੁੱਚੀ ਬੀਬਾ ਹਰਸਿਮਰਤ ਕੌਰ ਬਾਦਲ, JP ਨੱਡੇ ਤੋਂ ਲੈ ਕੇ BJP ਦੇ ਪ੍ਰਧਾਨ ਤੋਂ ਲੈ ਕੇ ਹੋਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਆ ਜਾਂ ਜਿਹੜੇ ਸਰਕਾਰ ਦਾ ਹਿੱਸਾ ਸੀ ਲੋਕ, ਉਹਨਾਂ ਨੂੰ ਮਿਲੇ ਕਿ ਜੇ ਤੁਸੀਂ ਬਿੱਲ ਲੈ ਹੀ ਜਾਂਦਾ ਆ ਤੇ ਹੁਣ ਇਹਨੂੰ ਟੇਬਲ ਨਾ ਕਰਿਆ ਜੇ ਟੇਬਲ ਵੀ ਕਰਤਾ ਤੇ ਇਹਨੂੰ ਪਾਸ ਨਾ ਕਰਿਆ ਜੇ, ਇਹਨੂੰ ਸਟੈਂਡਿੰਗ ਕਮੇਟੀ ਨੂੰ ਭੇਜ ਦਿਆ ਜੀ। ਆਪੇ ਸਟੈਂਡਿੰਗ ਕਮੇਟੀ 'ਚ ਪਿਆ ਰਹੂਗਾ, ਆਪੇ ਕੋਈ ਸਾਲ 6 ਮਹੀਨੇ ਉੱਤੇ ਪਿਆ ਰਹੂਗਾ ਤੇ ਉੱਥੇ ਫਿਰ ਕਿਸਾਨੀ ਜਥੇਬੰਦੀਆਂ ਨੂੰ ਲੈ ਕੇ ਉਹਨਾਂ ਨਾਲ ਬਹਿ ਕੇ ਵਿਚਾਰ ਕੇ ਸੋਧਾਂ ਕਰਕੇ ਭੌਂ ਕੇ ਲਿਆ ਜੇ। ਤੇ ਅਸੀਂ ਇੱਥੋਂ ਤੱਕ ਵੀ ਕਹਿਤਾ ਵੀ ਜੇ ਤੁਸੀਂ ਇਸੇ ਰੂਪ 'ਚ ਹੀ ਰੱਖਿਆ ਤੇ ਫਿਰ ਅਸੀਂ ਡਟ ਕੇ ਵਿਰੋਧ ਵੀ ਕਰਾਂਗੇ, ਵਿਰੋਧ 'ਚ ਵੋਟ ਵੀ ਪਾਵਾਂਗੇ ਤੇ ਜੋ ਸਾਡੇ ਕੋਲੋਂ ਕਦਮ ਚੁੱਕਿਆ ਜਾਂਦਾ ਰਿਹਾ ਫਿਰ ਚੁੱਕਾਂਗੇ। ਉਹਨਾਂ ਜਦੋਂ ਇਸ ਪਾਸੇ ਗੌਲਿਆ ਹੀ ਨਹੀਂ ਤੇ ਉਹ ਟੇਬਲ ਕਰਤਾ ਆ, ਹੂ ਕਰਤਾ ਆ, ਫਿਰ ਸ਼੍ਰੋਮਣੀ ਅਕਾਲੀ ਦਲ ਨੇ ਡਟ ਕੇ ਵਿਰੋਧ ਕੀਤਾ। ਅੱਜ ਵੀ ਉਹ ਜਿਹੜੀ ਪ੍ਰੋਸੀਡਿੰਗ ਹੈ ਪਾਰਲੀਮੈਂਟ ਦੀ, ਜਿਹੜੀ ਸਪੀਚ ਹੈ ਸਰ ਸੁਖਬੀਰ ਸਿੰਘ ਬਾਦਲ ਦੀ, ਉਹ ਪਈ ਹੈ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕੀਤਾ, ਬੀਬਾ ਹਰਸਿਮਰਤ ਕੌਰ ਬਾਦਲ ਤੇ ਸਰ ਸੁਖਬੀਰ ਸਿੰਘ ਬਾਦਲ ਨੇ ਇਕੱਲਿਆਂ ਨੇ ਵੋਟ ਵਿਰੋਧ 'ਚ ਪਾਈ ਹੈ, ਬਾਕੀ ਤਾਂ ਬਾਈਕਾਟ ਕਰਕੇ ਸੀਗੇ। ਜੇ ਵੋਟ ਵਿਰੋਧ 'ਚ ਪਈ ਹੈ, ਜਿਹੜੀ ਐਕਚੁਅਲੀ ਵਿਰੋਧ ਕੀਤਾ ਹੈ ਉਹ ਤਾਂ ਇਹਨਾਂ ਨੇ ਕੀਤਾ ਹੈ, ਚਾਹੇ ਭਗਵੰਤ ਮਾਨ ਸੀ ਚਾਹੇ ਬਾਕੀ ਜਿਹੜੇ ਕਾਂਗਰਸ ਦੇ MP ਸੀਗੇ, ਇਹ ਸਾਰੇ ਦੇ ਬਾਹਰ ਆ ਗਏ ਸੀਗੇ। ਔਰ ਜਿਹੜੀ ਕੈਬਨਿਟ ਦੀ ਵਜ਼ੀਰੀ ਹੈ, ਯੂਨੀਅਨ ਕੈਬਨਿਟ ਮਿਨਿਸਟਰੀ ਜਿਹੜੀ ਹੈ, ਇੱਥੋਂ ਤੱਕ ਕਿ ਜਿਹੜੀ ਪ੍ਰੋਟੋਕੋਲ ਦੇ ਮੁਤਾਬਕ ਹੈ ਯੂਨੀਅਨ ਕੈਬਨਿਟ ਮਿਨਿਸਟਰੀ ਜਿਹੜੀ ਹੈ ਉਹ ਮੁੱਖ ਮੰਤਰੀ ਦੇ ਉੱਤੇ ਹੁੰਦੀ ਹੈ, ਉਹ ਛੱਡੀ ਕੋਈ ਪੰਜਾਬ ਦੀ ਕੋਈ ਮੈਂਬਰ ਆਪਦੀ ਪਿੰਡ ਦੀ ਪੰਚਾਇਤ ਦੀ ਨਹੀਂ ਛੱਡਦਾ। ਅਸੀਂ ਨਹੀਂ ਕਹਿੰਦੇ ਕੋਈ ਅਹਿਸਾਨ ਕੀਤਾ ਹੈ ਜਾਂ ਕੋਈ ਕੁਰਬਾਨੀ ਕੀਤੀ ਹੈ, ਫਰਜ਼ ਸਮਝਦੇ ਹੋਇਆ ਉਹ ਸਾਰਾ ਕੁਝ ਛੱਡਿਆ। ਤੇ ਇਸ ਕਰਕੇ ਜਿਹੜਾ ਐਵੇਂ ਗੱਲਾਂ ਕਰੀ ਜਾਣੀਆਂ ਜੀ, ਉਹ ਜਿਨ੍ਹਾਂ ਨੇ ਕਰਨਾ ਉਹਨਾਂ ਨੇ ਕਰੀ ਜਾਣਾ। ਹੁਣ ਪਰ ਲੋਕ ਪੰਜਾਬ ਦੇ ਸਮਝਣ ਲੱਗ ਪਏ ਆ ਕਿ ਅਸਲ 'ਚ ਜੇ ਕਿਸੇ ਨੇ ਕੋਈ ਕਦਮ ਚੁੱਕਿਆ ਆ ਤੇ ਮੈਂ ਹੁਣ ਇੱਕੋ ਬੇਨਤੀ ਕਰਦਾ, ਰਾਜੇਵਾਲ ਸਾਹਿਬ ਜਦੋਂ ਕੈਪਟਨ ਅਮਰਿੰਦਰ ਸਿੰਘ 325 ਰੁਪਏ ਤੋਂ ਵਧਾ ਕੇ ਰੇਟ ਕਰਦੇ 360 ਰੁਪਏ ਕੁਇੰਟਲ ਗੰਨੇ ਦਾ, ਭਾਵੇਂ ਕਿ ਕਿਸਾਨਾਂ ਨੇ ਐਜੀਟੇਸ਼ਨ ਕੀਤੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਸੀਗਾ ਕਿ ਨਵੰਬਰ ਦਸੰਬਰ 'ਚ ਜਾ ਕੇ ਇਹ ਗੰਨਾ ਆਉਣਾ ਤੇ ਪੇਮੈਂਟ ਦੀ ਅਗਲੇ ਸਾਲ ਹੋਣੀ ਤੇ ਉਦੋਂ ਤੱਕ ਮੈਂ ਤੇ ਰਹਿਣਾ ਨਹੀਂ ਗਾ, ਆਪੇ ਜਿਹੜਾ ਆਊਗਾ ਦਊਗਾ। ਅਸੀਂ ਤਾਂ ਚਾਹੁੰਦੇ 360 ਨਹੀਂ 400 ਰੁਪਏ ਕੁਇੰਟਲ ਚਾਹੀਦਾ ਹੈ, ਅਸੀਂ ਤਾਂ ਇਸ ਗੱਲ ਤੇ ਮਦਈ ਹੈ। ਪਰ 360 ਰੁਪਏ ਕੁਇੰਟਲ ਜੇ ਉਹਨੇ ਕਰਤਾ, ਕੋਈ ਆਸਾਨ ਕੀਤਾ। ਤੇ ਉੱਥੇ ਤੱਕ ਰਾਜੇਵਾਲ ਸਾਹਿਬ ਮੂੰਹ ਵੀ ਮਿੱਠਾ ਕਰਾਉਣ ਦੇ ਕੈਪਟਨ ਅਮਰਿੰਦਰ ਸਿੰਘ ਦਾ, ਤੇ ਨਾਲ ਕਹਿ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਤੁਹਾਨੂੰ ਜਿਹੜਾ ਆ ਕੈਪਟਨ ਸਾਹਿਬ 2022 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਬਹੁਤ ਵਧੀਆ ਨਾਅਰਾ ਮਿਲ ਗਿਆ ਜੀ, ਉਹਨਾਂ ਨੂੰ ਤਾਂ ਸਿੱਖਿਆ ਦੇਣ ਡਏ। ਇਸ ਕਰਕੇ ਜਿਹੜੇ ਲੋਕ ਕਿਸ ਤਰ੍ਹਾਂ ਦੀ ਸਿਆਸਤ ਕਰਦੇ ਆ, ਅੰਦਰੋਂ ਕੀ ਨੇ ਬਾਹਰੋਂ ਕੀ ਨੇ, ਸਾਨੂੰ ਉਹਦੇ ਨਾਲ ਕੋਈ ਲੈਣ ਦੇ ਨਹੀਂ। ਅਸੀਂ ਨਾ ਕਦੀ ਗੰਦੀ ਸਿਆਸਤ ਕੀਤੀ ਹੈ, ਨਾ ਕਰਨ 'ਚ ਵਿਸ਼ਵਾਸ ਰੱਖਦੇ ਹਾਂ। ਸਾਫ਼ ਸੁਥਰੀ ਸਿਆਸਤ ਕਰੀਦੀ ਹੈ, ਪੰਜਾਬ ਵਾਸਤੇ ਜੋ ਕਰ ਸਕਦੇ ਸੀ ਕੀਤਾ ਆ, ਔਰ ਜੋ ਕਹਾਂਗੇ ਉਹ ਕਰਾਂਗੇ। ਜੋ ਪਿੱਛੇ ਕਿਹਾ ਸੀ ਉਹ ਕੀਤਾ ਹੈ, ਇਹ ਇਤਿਹਾਸ ਹੈ। ਨਾ ਅਸੀਂ ਐਵੇਂ ਫਾਰਮ ਚੱਕ ਕੇ ਹੁਣ ਕਿ ਕੇਜਰੀਵਾਲ ਨੇ ਕਿਹਾ ਸੀਗਾ ਕਿ 300 ਯੂਨਿਟ ਤੱਕ ਹਰ ਇੱਕ ਦਾ ਫ੍ਰੀ, 300 ਯੂਨਿਟ ਤੱਕ ਹਰ ਇੱਕ ਦਾ ਫ੍ਰੀ। ਜੇ 300 ਤੋਂ ਉੱਪਰ ਟੱਪ ਗਿਆ ਤੇ ਫਿਰ ਪਹਿਲੇ ਯੂਨਿਟ ਤੋਂ ਲੈ ਕੇ 300 ਯੂਨਿਟ ਦਾ ਵੀ ਜਿਹੜਾ ਉਹ ਬਿੱਲ ਲੱਗੂਗਾ। ਇੱਥੇ ਫੀਲੇ ਚੱਕ ਕੇ ਨਹੀਂ ਜੀ ਨਹੀਂ 300 ਯੂਨਿਟ ਤਾਂ ਮਾਫ ਹੀ ਮਾਫ। ਫਿਰ ਜਿਹੜਾ ਆ ਜੇ ਤੁਸੀਂ ਮਾਫ ਕਰਤਾ, ਸਾਰਿਆਂ ਦਾ ਕਰਤਾ ਮਾਫ, ਤੇ ਫਿਰ ਫਾਰਮ ਭਰਨ ਦੀ ਲੋੜ ਕੀ ਪੈ ਗਈ? ਇਹ ਕਿਉਂ ਡਰਾਮਾ ਕੀਤਾ ਗਿਆ? ਫਾਰਮ ਭਰਦੇ ਫਿਰਦੇ ਸੀ ਨਾ ਪਿੰਡਾਂ 'ਚ, ਵੀ ਫਾਰਮ ਭਰ ਕੇ ਇਵੇਂ ਡਰਾਮਾ ਕਰਕੇ। ਤੇ ਸਵਾਲ ਮੇਰਾ ਸਿੱਧਾ ਕੇਜਰੀਵਾਲ ਨੂੰ ਕਿ ਜਿਨ੍ਹਾਂ ਨੇ ਫਾਰਮ ਭਰੇ ਆ ਉਹਨਾਂ ਕੱਲਿਆਂ ਦਾ ਮਾਫ ਹੋਣਾ? ਇਹ ਜਿਹੜੇ ਡਰਾਮੇ ਨੇ ਨਾ ਇਹ ਬੰਦ ਹੋਣੇ ਚਾਹੀਦੇ। ਹੁਣ ਕੇਜਰੀਵਾਲ ਦੀ ਹੋਰ ਸੁਣ ਲਓ। केजरीवाल कहता है कि ईमानदार सरकार होनी चाहिए, तो पैसा कैसे नहीं बचेगा। हमने दिल्ली में वजीरपुर फ्लाईओवर बनाया, उत्तराखंड च प्रेस कॉन्फ्रेंस करदे कहंदा उत्तराखंड च जिथे चोणां ने उत्थे कहंदा है कि वजीरपुर फ्लाईओवर बनाया, 325 करोड़ का बजट था, तो हमने 200 करोड़ में बना दिया, 125 करोड़ की हमने बचत कर ली। तो पंजाब च आउंदा है यही गल करदे हैं, हमने वजीरपुर का फ्लाईओवर बनाया, उत्थे 325 करोड़ का एस्टीमेट किया,
इतने कहता 300 करोड़ का एस्टीमेट था, उत्तराखंड च कहता 200 करोड़ च बनाया, इतने कहता हमने 150 करोड़ में बना दिया। तुसीं दसो इन्ना फर्क क्यों? हुण किहड़ा वेखण जावे ਉਹਦਾ एक्चुअली एस्टीमेट किन्ना सी, किन्ने च ਬਣਿਆ ਸੀਗਾ, क्यों लोगों ਨੂੰ ਧੋਖਾ ਦਿੰਦੇ ਜੇ? SYL ਦੇ ਨਾਂ ਦੇ ਉੱਤੇ ਤੁਸੀਂ ਪੰਜਾਬ 'ਚ ਕਹਿੰਦੇ ਜੇ ਪੰਜਾਬ ਦਾ ਹੱਕ ਬਣਦਾ ਆ, ਹਰਿਆਣੇ 'ਚ ਕਹਿੰਦੇ ਹਰਿਆਣੇ ਵਾਲਿਆਂ ਨੂੰ ਪਾਣੀ ਮਿਲਣਾ ਚਾਹੀਦਾ, ਦਿੱਲੀ ਜਾ ਕੇ ਕਹਿੰਦੇ ਜੇ ਦਿੱਲੀ ਵਾਲਿਆਂ ਦਾ ਵੀ ਹੱਕ ਬਣਦਾ, ਫਿਰ ਤੁਸੀਂ ਸੁਪਰੀਮ ਕੋਰਟ ਐਫੀਡੇਵਿਟ ਮੰਗਦਾ ਤੇ ਉੱਥੇ ਤੁਸੀਂ ਕਹਿੰਦੇ ਜੇ ਦਿੱਲੀ ਨੂੰ ਪਾਣੀ ਮਿਲਣਾ ਚਾਹੀਦਾ ਆ SYL ਦਾ। ਫਿਰ ਜਿਹੜੀ ਸਭ ਤੋਂ ਵੱਡੀ ਗੱਲ ਹੈ, ਤੁਸੀਂ 2014 ਤੋਂ ਪਹਿਲਾਂ ਕਦੀ ਪਰਾਲੀ ਸਾੜਨ ਦਾ ਮੁੱਦਾ ਸੁਣਿਆ ਸੀ? ਸੜਦੇ ਰਹੇ ਆ ਨਾ, ਸਾਡੇ ਜੰਮਣ ਤੋਂ ਲੈ ਕੇ ਸੜਦੀ ਰਹੀ ਹੈ। ਤੁਸੀਂ ਵੇਂਦੇ ਰਹੇ ਜੇ ਕਦੀ ਪਰਾਲੀ ਦਾ ਮੁੱਦਾ ਬਣਿਆ ਸੀਗਾ? ਤੇ 2014 ਤੋਂ ਬਾਅਦ ਰੌਲਾ ਪਾ ਕੇ ਕੇਜਰੀਵਾਲ ਨੇ ਕਿ ਪੰਜਾਬ ਦੀ ਪਰਾਲੀ ਦਾ ਧੂੰਆਂ ਜਿਹੜਾ ਦਿੱਲੀ ਆਉਂਦਾ ਹੈ, ਦਿੱਲੀ ਦਾ ਪ੍ਰਦੂਸ਼ਣ ਜਿਹੜਾ, ਉਹਦੇ ਵਾਸਤੇ ਪੰਜਾਬ ਦੇ ਕਿਸਾਨ ਦੀ ਸਾੜੀ ਜਾਂਦੀ ਹੋਈ ਪਰਾਲੀ ਹੈ, ਪੰਜਾਬ ਦੇ ਕਿਸਾਨ ਦੋਸ਼ੀ ਹੈ। ਪਾ ਕੇ ਰੌਲਾ ਜਿਹੜਾ NGT ਹੈ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ, ਉਹਦੀਆਂ ਅਜਿਹੀਆਂ ਸਖਤ ਹਦਾਇਤਾਂ ਜਾਰੀ ਕਰਵਾਈਆਂ ਕਿ ਕਿਸਾਨਾਂ ਦੇ ਉੱਤੇ ਮੁਕੱਦਮੇ ਦਰਜ ਹੋਣੇ ਸ਼ੁਰੂ ਹੋ ਗਏ। ਉਹਦੇ ਵਾਸਤੇ ਦੋਸ਼ੀ ਕੌਣ? ਪਰਾਲੀ ਸਾੜਨ ਦੇ ਮੁਕੱਦਮੇ ਦਰਜ ਹੁੰਦੇ ਹੀ ਹੈ ਨਾ। ਇੱਥੋਂ ਤੱਕ ਕਿ ਜੁਰਮਾਨੇ ਦੀ ਪ੍ਰੋਵੀਜ਼ਨ ਕਰਤੀ ਕਿ ਜੇ ਕਿਸਾਨ ਕੋਈ ਪਰਾਲੀ ਸਾੜਦਾ ਤਾਂ ਉੱਤੇ ਜੁਰਮਾਨਾ ਹੋਊਗਾ। ਉਹਦੇ ਵਾਸਤੇ ਦੋਸ਼ੀ ਕੌਣ? ਫਿਰ ਜੇ ਪੰਜਾਬ ਦੇ ਅੰਦਰ ਬਿਜਲੀ ਸੰਕਟ ਪੈਦਾ ਹੋਇਆ ਜਦੋਂ ਝੋਨੇ ਦਾ ਸੀਜ਼ਨ ਸੀਗਾ, ਭਾਵੇਂ ਉਹ 'ਚ ਨਲਾਇਕੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸੀ, ਤੇ ਕੇਜਰੀਵਾਲ ਸੁਪਰੀਮ ਕੋਰਟ 'ਚ ਜਾ ਕੇ ਰਿਟ ਪਟੀਸ਼ਨ ਪਾਉਂਦਾ ਹੈ ਆਪਦੀ ਸਰਕਾਰ ਵੱਲੋਂ ਕਿ ਪੰਜਾਬ ਦੇ 4 ਥਰਮਲ ਪਲਾਂਟ ਪ੍ਰਦੂਸ਼ਣ ਛੱਡਦੇ ਆ, ਉਸ ਪ੍ਰਦੂਸ਼ਣ ਕਰਕੇ ਜਿਹੜਾ ਆ ਦਿੱਲੀ ਦੀ ਹਵਾ ਖਰਾਬ ਹੁੰਦੀ ਹੈ, ਦਿੱਲੀ 'ਚ ਪ੍ਰਦੂਸ਼ਣ ਵੱਧਦਾ ਆ, ਇਹ ਜਿਹੜੇ 4 ਥਰਮਲ ਪਲਾਂਟ ਨੇ ਪੰਜਾਬ ਦੇ ਬੰਦ ਹੋਣੇ ਚਾਹੀਦੇ। ਇੱਧਰ ਬਿਜਲੀ ਸੰਕਟ ਚੱਲਣ ਡਿਆ ਆ ਤੇ ਕੇਜਰੀਵਾਲ ਸਾਹਿਬ ਪੰਜਾਬ ਅਧਿਆਇਸ਼ੀ ਬਣਦੇ ਜਿਹੜੇ ਜਾ ਕੇ ਸੁਪਰੀਮ ਕੋਰਟ 'ਚ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਾਉਣ ਦੀ ਜਿਹੜੀ ਆ ਪਟੀਸ਼ਨ ਪਾਉਂਦੇ ਆ। ਤੇ ਜੇ ਮੰਨ ਲਓ ਸੁਪਰੀਮ ਕੋਰਟ ਹੁਕਮ ਕਰ ਦਿੰਦਾ ਕਿ ਥਰਮਲ ਪਲਾਂਟ ਬੰਦ ਕਰ ਦਿਓ, ਕਿਉਂਕਿ ਕੇਜਰੀਵਾਲ ਬੜਾ ਸ਼ਰਾਰਤੀ, ਉਹਨੂੰ ਪਤਾ ਸੀਗਾ ਕਿ ਜਿਹੜੀ ਸੁਪਰੀਮ ਕੋਰਟ ਆ, ਅੱਜ ਅਦਾਲਤਾਂ ਕਤਲ ਤੋਂ ਵੀ ਮਾੜਾ ਪ੍ਰਦੂਸ਼ਣ ਨੂੰ ਗਿਣਦੀਆਂ। ਜਦੋਂ ਮੈਂ ਪ੍ਰਦੂਸ਼ਣ ਦਾ ਮੁੱਦਾ ਉਠਾਊਂਗਾ ਤਾਂ ਸੁਪਰੀਮ ਕੋਰਟ 'ਚ ਇਹ ਜਿਹੜਾ ਆ ਆਪੇ ਸੁਪਰੀਮ ਕੋਰਟ ਸਖਤ ਕਦਮ ਚੁੱਕੂਗੀ ਤੇ ਥਰਮਲ ਪਲਾਂਟ ਬੰਦ ਹੋ ਜਾਣਗੇ, ਇੱਥੇ ਹਾਹਾਕਾਰ ਮਚੂਗੀ ਤੇ ਮੈਂ ਸਿਆਸਤ ਕਰੂੰਗਾ। ਗੰਦੀ ਸਿਆਸਤ ਕਰਨ ਦਾ ਠੇਕਾ ਲਿਆ। ਆਖਰੀ ਸਵਾਲ ਲੰਬੇ ਬੜੇ ਹੁੰਦੇ ਜਾ ਰਹੇ ਆ ਕਿ ਕੇਜਰੀਵਾਲ ਦਾ ਇਹਨਾਂ ਡਰ ਕਿਉਂ ਲਾਰੇ ਆ ਲਾਉਂਦਾ ਆ ਲਾਈ ਜਾਣਦੇ, ਉਹ ਅਕਾਲੀ ਦਲ ਨੂੰ ਕਿਉਂ ਇਹਨਾਂ ਦਾ ਡਰ ਹੁੰਦਾ ਜਦੋਂ ਪੰਜਾਬ 'ਚ ਆ ਕੇ ਉਹ ਰੈਲੀਆਂ ਕਰਦਾ ਜਾਂ ਇਹੋ ਜਿਹੇ ਵਾਅਦੇ ਕਰਦਾ? ਨਹੀਂ, ਅਸੀਂ ਤਾਂ ਕੋਈ, ਸਾਨੂੰ ਤਾਂ ਕੋਈ ਡਰ ਨਹੀਂ ਗਾ। ਲੈ 20 ਜਿੱਤੇ ਸੀ ਨਾ, ਜੇ 20 ਚੋਂ ਮੈਂ ਅੱਗੇ ਨਾ ਕਿਤੇ ਭੁੱਲ ਭੁਲੇਖੇ ਨਾਲ ਇੱਕ ਅੱਧਾ ਭਾਵੇਂ ਆ ਜੇ, 20 ਦੀਆਂ 20 ਜਿਹੜੇ ਆ ਖਤਮ ਹੋਣਗੇ। ਹੁਣ ਤੁਸੀਂ ਦੇਖੋ 2014 ਦੇ ਵਿੱਚ 4 MP ਬਣੇ ਤੇ ਭਗਵੰਤ ਮਾਨ ਤੇ ਕੋਈ ਜਿਹੜਾ ਸਾਧੂ ਸਿੰਘ ਫਰੀਦਕੋਟ ਉਹ ਵੱਖਰੇ ਰਹਿ ਗਏ ਤੇ 2 ਹਰਿੰਦਰ ਸਿੰਘ ਖਾਲਸਾ ਤੇ ਧਰਮਵੀਰ ਗਾਂਧੀ ਛੱਡ ਕੇ ਪਾਸੇ ਹੋ ਗਏ। ਔਰ ਹਰਿੰਦਰ ਸਿੰਘ ਖਾਲਸਾ ਜਿਹੜਾ ਆਮ ਆਦਮੀ ਪਾਰਟੀ ਦਾ MP ਆ, ਲੋਕ ਸਭਾ ਦੇ ਸਪੀਕਰ ਨੂੰ ਦਰਖਾਸਤ ਦਿੰਦਾ ਆ, ਅਰਜੀ ਦਿੰਦਾ ਆ ਕਿ ਮੈਨੂੰ ਬਚਾਓ ਜੀ, ਮੈਂ ਅੰਮ੍ਰਿਤਧਾਰੀ ਸਿੱਖ ਹਾਂ, ਭਗਵੰਤ ਮਾਨ ਸ਼ਰਾਬ ਪੀ ਕੇ ਰੋਜ਼ ਆ ਜਾਂਦਾ ਆ ਤੇ ਮੈਨੂੰ ਇਹਦੇ ਕੋਲ ਤੂਸਾਂ ਆਉਂਦੀਆਂ ਨੇ, ਸ਼ਰਾਬ ਦੀ ਬੋ ਆਉਂਦੀ ਹੈ, ਸਮੈਲ ਆਉਂਦੀ ਆ, ਮੈਂ ਬਹੁਤ ਪਰੇਸ਼ਾਨ ਆ। ਉਸੇ ਪਾਰਟੀ ਦਾ MP ਕਹਿਣ ਡਿਆ 2 ਉੱਧਰ ਹੋ ਗਏ 2 ਉੱਧਰ ਹੋ ਗਏ। ਇਹ ਪਾਰਟੀ ਦਾ ਕਰਦਾ 20 MLA ਬਣੇ ਤੇ ਉਹਦੇ 'ਚੋਂ ਪਤਾ ਨਹੀਂ 6 ਥਾਂ ਹੀ ਖਿਲਰੇ, ਜਿਹੜੇ ਪਾਰਟੀ ਨਹੀਂ ਸੰਭਾਲ ਸਕੇ, MLA ਨਹੀਂ ਸੰਭਾਲ ਸਕੇ, MP ਨਹੀਂ ਸੰਭਾਲ ਸਕੇ। ਫਿਰ ਅੱਗੇ ਆ ਜਾਓ 2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਆਉਂਦੀਆਂ, ਇੱਕ MP ਜਿੱਤਦਾ ਭਗਵੰਤ ਮਾਨ। ਬਾਕੀ ਜਿੰਨੀ ਥਾਂ ਇਲੈਕਸ਼ਨ ਲੜੀ ਹੈ ਹਰੇਕ ਹਲਕੇ 'ਚੋਂ ਮੇਰੇ ਖਿਆਲ ਕੋਈ ਹਲਕੇ 'ਚੋਂ ਜ਼ਮਾਨਤ ਬਚੀ ਹੋਊਗੀ, ਨਹੀਂ ਤਾਂ ਸਾਰੀ ਥਾਈਂ ਜ਼ਮਾਨਤਾਂ ਜ਼ਬਤ ਹੋਈਆਂ। ਮਿਊਨਿਸਪਲ ਕਮੇਟੀ ਦੀਆਂ ਚੋਣਾਂ ਹੋਈਆਂ, ਭਾਵੇਂ ਠੀਕ ਹੈ ਕਿ ਕਾਂਗਰਸ ਨੇ ਧੱਕਾ ਵੀ ਕੀਤਾ, ਪਰ ਤੁਸੀਂ ਸਮੁੱਚੇ ਪੰਜਾਬ 'ਚ ਇਲੈਕਸ਼ਨ ਲੜੀ ਹੈ ਤੇ ਤੁਹਾਡੇ ਸਾਰੇ 53 ਕਿ 48 ਆਉਂਦੇ ਆ ਬਣ ਕੇ, ਹਾਂਜੀ, ਤੇ ਤੁਸੀਂ ਕਹਿੰਦੇ ਜੀ ਅਸੀਂ ਪੰਜਾਬ ਦੇ ਸਾਡਾ ਆ ਹੈ ਜੀ। ਉਹ ਝੂਠ ਬੋਲ ਕੇ ਗੁੰਮਰਾਹ ਕਰਕੇ ਹੁਣ 600 ਕਰੋੜ ਰੁਪਈਆ ਜਿਸ ਬੰਦੇ ਨੇ ਆਪਦੇ ਮੀਡੀਆ ਵਾਸਤੇ ਇਹ ਕੇਜਰੀਵਾਲ ਨੇ ਰੱਖਿਆ ਹੋਇਆ, 600 ਕਰੋੜ ਮਤਲਬ 2 ਕਰੋੜ ਰੋਜ਼ ਦਾ, 2 ਕਰੋੜ ਦੀ ਐਡਵਰਟਾਈਜ਼ਮੈਂਟ ਜੇ ਕੇਜਰੀਵਾਲ ਰੋਜ਼ ਦੀ ਕਰੂਗਾ, ਹਾਂਜੀ, ਤੇ ਭਰਮ ਭੁਲੇਖੇ ਪੈਦਾ ਕਰੂਗਾ ਹੀ ਨਾ। ਅਸੀਂ ਤਾਂ ਲੋਕਾਂ ਨੂੰ ਕਹਿੰਦੇ ਭਰਮ ਭੁਲੇਖਿਆ ਜੇ ਨਾ ਬਚਿਆ ਜੇ, ਪਹਿਲੋਂ ਜਿਹੜਾ ਭਰਮ ਭੁਲੇਖੇ ਵੇਲੇ ਪਾਉਂਦੇ, ਹੁਣ ਇਹ ਹੈਲਥ ਸਰਵਿਸਿਜ਼ ਦੀ ਗੱਲ ਕਰਦਾ, ਸਿਹਤ ਸੇਵਾਵਾਂ ਦੀ ਗੱਲ ਕਰਦਾ, ਲੋਕਾਂ ਨੂੰ ਚੰਗਾ ਇਲਾਜ ਦੇਣ ਦੀ ਗੱਲ ਕਰਦਾ। ਤੇ ਮੈਂ ਪੁੱਛਦਾ, ਤੇਰਾ ਇੱਕ MLA ਸੀਗਾ ਜਰਨੈਲ ਸਿੰਘ ਖਾਲਸਾ, ਵਿਚਾਰਾ
ਉਹ ਤਾਂ ਤੈਨੂੰ ਟਵੀਟ ਕਰਕੇ ਕਰਦਾ ਮਰ ਗਿਆ ਕਿ ਮੈਨੂੰ ਬਿਸਤਰਾ ਹੀ ਦੇ ਦੇ, ਮੈਨੂੰ ਬੈੱਡ ਹੀ ਦੇ ਦੇ, ਮੈਨੂੰ ਆਕਸੀਜਨ ਹੀ ਦੇ ਦੇ। ਤੂੰ ਦਿੱਤੀ ਉਹਨੂੰ? ਰੋਹਿਤ ਸਰਦਾਨਾ ਮਰ ਗਿਆ, ਬਰਖਾ ਦਾਦਾ ਪਿਓ ਮਰ ਗਿਆ, ਇੱਕ ਰਾਜਦੂਤ ਮਰ ਗਿਆ, ਪਤਾ ਨਹੀਂ ਕਿੰਨੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਦਿੱਲੀ 'ਚ ਮਰ ਗਈਆਂ। ਸ਼ਮਸ਼ਾਨ ਘਾਟਾਂ 'ਚ ਸੰਸਕਾਰ ਕਰਨ ਵਾਸਤੇ ਲਾਈਨਾਂ ਲੱਗੀਆਂ ਨੇ, ਪਾਰਕਾਂ 'ਚ ਸੰਸਕਾਰ ਹੋਏ, ਸੜਕਾਂ 'ਤੇ ਸੰਸਕਾਰ ਹੋਏ, ਤੇ ਲੋਕੀ ਦਿੱਲੀ ਛੱਡ ਕੇ ਪੰਜਾਬ ਵੱਲ ਨੂੰ ਕੂਚ ਕੀਤੇ ਵੀ ਪੰਜਾਬ ਦੇ ਵਿੱਚ ਫਿਰ ਵੀ ਜਿਹੜਾ ਦਿੱਲੀ ਦੇ ਨਾਲੋਂ ਇਲਾਜ ਬਿਹਤਰ ਆ। ਇਹ ਉੱਥੇ ਡਰਾਮੇ ਕਰਦਾ ਕਿ ਮੈਂ ਇੱਥੇ ਆਣ ਕੇ ਦੂਜੀ ਗਰੰਟੀ ਦੇਣਾ ਜੀ, ਇੱਥੇ ਇਲਾਜ ਮੁਫਤ ਹੋਊਗਾ ਜੀ, ਵਧੀਆ ਇਲਾਜ ਹੋਊਗਾ। ਇਸ ਕਰਕੇ ਜਿਹੜੇ ਅਸੀਂ ਇਹਨਾਂ ਗੱਲਾਂ ਤੋਂ ਕਹਿੰਦੇ ਹਾਂ ਪੰਜਾਬ ਦੇ ਲੋਕ ਜਿਹੜੇ ਆ ਝੂਠ ਤੋਂ ਬਚ ਕੇ ਰਹਿਣ। ਬਾਕੀ ਜਿਹੜਾ ਆ ਲੋਕਾਂ ਨੂੰ ਪਤਾ ਕਿ ਜੇ ਕਿਸੇ ਨੇ ਸਾਡਾ ਕੁਝ ਕੀਤਾ ਆ, ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਧੰਨਵਾਦ ਹੈ ਬਹੁਤ ਬਹੁਤ। ਸੋ ਦੋਸਤੋ, ਸਰਦਾਰ ਵਿਰਸਾ ਸਿੰਘ ਵਲਟੋਆ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਚਿਹਰਾ ਨੇ, ਵੱਡਾ ਨਾਂ ਨੇ। ਬੇਸ਼ੱਕ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦਾ ਦੌਰ ਰਿਹਾ ਹੋਵੇ ਜਾਂ ਉਸ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਦੇ ਨਾਲ ਸਫ਼ਰ ਰਿਹਾ ਹੋਵੇ, ਸੋ ਲੋਕ ਮੁੱਦਿਆਂ ਨੂੰ ਐਡਰੈਸ ਕਰਦੇ ਰਹੇ ਨੇ। ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਕੋਸ਼ਿਸ਼ ਕਰਾਂਗੇ ਕਿ ਅਜਿਹੀਆਂ ਹੋਰ ਸ਼ਖਸੀਅਤਾਂ ਦੇ ਵੀ ਤੁਹਾਨੂੰ ਰੂਬਰੂ ਕੀਤਾ ਜਾਵੇ। ਸੋ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਤੇਜਵੀਰ ਕਰਨ ਦੇ ਨਾਲ ਗੁਰਿੰਦਰ ਸਿੰਘ ਬਾਟ, ਰਹਿਮਤ ਸਰਕਾਰ TV, ਅੰਮ੍ਰਿਤਸਰ।